ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 11 ਸਤੰਬਰ ਹੈ, ਦਿਨ ਸ਼ਨੀਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਕਰਨਾਲ ਮੋਰਚੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ, ਜਿਹੜਾ ਕਿ ਅੱਜ 5ਵੇਂ ਦਿਨ ਦੇ ਵਿੱਚ ਪਹੁੰਚ ਜਾਊਗਾ ਤੇ ਅੱਜ ਕਰਨਾਲ ਦੇ ਵਿੱਚ ਕਿਸਾਨਾਂ ਦੀ ਵੱਡੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਤੇ ਅੱਜ ਹੀ ਸਵੇਰੇ 9 ਵਜੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਏਗੀ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਕੱਲ ਵੀ ਪ੍ਰਸ਼ਾਸਨ ਦੇ ਨਾਲ 4 ਘੰਟੇ ਦੀ ਮੀਟਿੰਗ ਹੈ ਜਿਹੜੀ ਚੱਲੀ ਹੈ ਅਤੇ ਇਹ ਮੀਟਿੰਗ ਪੋਜ਼ਿਟਿਵ ਰਹੀ ਹੈ, ਸਕਾਰਾਤਮਕ ਰਹੀ ਹੈ, ਪਰ ਆਖਰੀ ਫੈਸਲੇ ਤੇ ਮੋਹਰ ਲੱਗਣੀ ਬਾਕੀ ਹੈ। ਗੁਰਨਾਮ ਸਿੰਘ ਚੜੂਨੀ ਦੇ ਮੁਤਾਬਿਕ ਕਾਫੀ ਸਾਡੀਆਂ ਮੰਗਾਂ ਤੇ ਪ੍ਰਸ਼ਾਸਨ ਜਿਹੜਾ ਰਾਜ਼ੀ ਹੋ ਗਿਆ, ਪਰ ਸੰਯੁਕਤ ਕਿਸਾਨ ਮੋਰਚੇ ਤੋਂ ਜਿਹੜੇ ਅਹੁਦੇਦਾਰਾਂ ਨੇ ਅੱਜ ਆਉਣਾ ਹੈ ਉਹਨਾਂ ਦੇ ਨਾਲ ਫਾਈਨਲ ਗੱਲਬਾਤ ਹੋਵੇਗੀ। ਦੂਜੀ ਵੱਡੀ ਖਬਰ ਇਹ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਈ ਅਪਰਾਧਿਕ ਅਤੇ ਹੋਰ ਕੇਸਾਂ ਦੇ ਵਿੱਚ ਫਸੇ ਹੋਏ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਸੁਰੱਖਿਆ ਕਵਚ ਦਿੱਤਾ ਹੈ। ਬਲੈਂਕਟ ਬੇਲ ਦਿੰਦੇ ਹੋਏ ਹਾਈ ਕੋਰਟ ਨੇ ਸੁਮੇਧ ਸੈਣੀ ਦੀ ਕਿਸੇ ਵੀ ਕੇਸ ਦੇ ਵਿੱਚ ਗ੍ਰਿਫਤਾਰੀ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਪੱਕੀ ਰੋਕ ਲਾ ਦਿੱਤੀ ਹੈ। ਸੈਣੀ ਦੇ ਵਕੀਲ ਨੇ ਕਿਹਾ ਕਿ ਸਾਰੇ ਅਪਰਾਧਿਕ ਕੇਸਾਂ ਦੀ ਜਾਂਚ ਤੇ ਵੀ ਰੋਕ ਲੱਗੀ ਹੈ। ਕਿਸੇ ਵੀ ਕੇਸ ਦੇ ਵਿੱਚ ਜੇ ਕੋਈ ਵੀ ਕਮਿਸ਼ਨ ਬਿਠਾਇਆ ਗਿਆ ਹੈ, ਉਹ ਹੁਣ ਸੁਮੇਧ ਸੈਣੀ ਦੇ ਕਿਸੇ ਵੀ ਕੇਸ ਨੂੰ ਲੈ ਕੇ ਜਾਂਚ ਨਹੀਂ ਕਰ ਸਕਦਾ। ਤੀਸਰੀ ਵੱਡੀ ਰਾਹਤ ਇਹ ਹੈ ਕਿ ਸੁਮੇਧ ਸੈਣੀ ਹੁਣ ਨਿੱਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਵੇਗਾ, ਯਾਨੀ ਕਿ ਉਹਨੂੰ ਛੋਟ ਦਿੱਤੀ ਗਈ ਹੈ ਕਿ ਨਿੱਜੀ ਤੌਰ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਦਬਾਅ ਨਹੀਂ ਪਾਇਆ ਜਾ ਸਕਦਾ। ਪਰ ਨਾਲ ਹੀ ਇੱਕ ਰੋਕ ਵੀ ਲਾਈ ਗਈ ਹੈ ਕਿ ਸੁਮੇਧ ਸੈਣੀ ਅਦਾਲਤ ਦੀ ਮਰਜ਼ੀ ਤੋਂ ਬਿਨਾਂ ਵਿਦੇਸ਼ ਨਹੀਂ ਜਾ ਸਕਦਾ। ਸੁਮੇਧ ਸੈਣੀ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਪੰਜਾਬ ਸਰਕਾਰ ਮੇਰੇ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਕੰਮ ਕਰ ਰਹੀ ਹੈ ਤੇ ਮੈਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਝੂਠੇ ਮਾਮਲਿਆਂ ਦੇ ਵਿੱਚ ਫਸਾਇਆ ਜਾ ਰਿਹਾ ਹੈ। ਸੈਣੀ ਦੇ ਵਕੀਲ APS ਦਿਓਲ ਨੇ ਕਿਹਾ ਕਿ ਡੀਜੀਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਸੈਣੀ ਖਿਲਾਫ 4 ਅਪਰਾਧਿਕ ਕੇਸ ਦਰਜ ਕਰ ਚੁੱਕੀ ਹੈ, ਜਦਕਿ ਸਿੱਧੇ ਤੌਰ ਤੇ ਇਹਨਾਂ ਚੋਂ ਕਿਸੇ ਵੀ ਮਾਮਲੇ ਵਿੱਚ ਸੈਣੀ ਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ। ਜਦਕਿ ਸੈਣੀ ਦੇ ਖਿਲਾਫ ਜਿਹੜੇ ਮੋਟੇ-ਮੋਟੇ ਕੇਸ ਦਰਜ ਨੇ ਉਹ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ 3 ਦਹਾਕੇ ਪਹਿਲਾਂ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ਤੇ ਪੁਲਿਸ ਤਸ਼ੱਦਦ ਕਰਕੇ ਮਾਰ ਮੁਕਾਉਣ ਦਾ ਕੇਸ ਦਰਜ ਹੈ। ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਕੇਸ ਦਰਜ ਹੈ। ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਗੋਲੀ ਦਾ ਹੁਕਮ ਦਿੱਤਾ ਗਿਆ ਸੀ, ਜਦੋਂ ਉਸ ਕੇਸ ਦੇ ਵਿੱਚ ਵੀ ਸੁਮੇਧ ਸੈਣੀ ਫਸੇ ਹੋਏ ਨੇ, ਕਿਉਂਕਿ ਸੁਮੇਧ ਸੈਣੀ ਉਸ ਵਕਤ ਪੰਜਾਬ ਦਾ DGP ਹੁੰਦਾ ਸੀ। ਪਿਛਲੇ ਦਿਨੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੈਣੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ। ਇੱਕ ਦਿਨ ਜਿਹੜਾ ਹਿਰਾਸਤ ਦੇ ਵਿੱਚ ਵੀ ਰੱਖਿਆ ਗਿਆ ਸੀ, ਪਰ ਦੂਸਰੇ ਦਿਨ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੰਦਿਆਂ ਸੈਣੀ ਨੂੰ ਜੇਲ੍ਹ ਦੇ ਵਿੱਚੋਂ ਕਢਵਾ ਦਿੱਤਾ ਸੀ। ਤੀਸਰੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਸਤੰਬਰ ਤੱਕ ਕਰੋਨਾ ਦੀਆਂ ਪਾਬੰਦੀਆਂ ਲਾ ਦਿੱਤੀਆਂ ਨੇ। ਮੁਲਾਜ਼ਮਾਂ ਤੇ ਸਖਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਕਰੋਨਾ ਵੈਕਸੀਨ ਨਾ ਲੈਣ ਵਾਲੇ ਮੁਲਾਜ਼ਮਾਂ ਨੂੰ ਜਬਰੀ ਛੁੱਟੀ ਉੱਤੇ ਭੇਜ ਦਿੱਤਾ ਜਾਏਗਾ ਜੇ 15 ਸਤੰਬਰ ਤੱਕ ਨਾ ਲਵਾਇਆ। ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਨੇ ਕੱਲ ਕੈਪਟਨ ਸਾਹਿਬ ਦਾ ਸਿਸਵਾ ਫਾਰਮ ਹਾਊਸ ਘੇਰ ਲਿਆ ਤਾਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ 14 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਇਹਨਾਂ ਮੁਲਾਜ਼ਮਾਂ ਦੇ ਨਾਲ, ਹੜਤਾਲੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਇਹਨਾਂ ਨੇ ਸਿਸਵਾ ਫਾਰਮ ਹਾਊਸ ਦਾ ਧਰਨਾ ਤਾਂ ਖਤਮ ਕਰ ਦਿੱਤਾ, ਪਰ ਹੜਤਾਲ ਲਗਾਤਾਰ ਜਾਰੀ ਹੈ ਤੇ ਹੜਤਾਲ ਅੱਜ 6ਵੇਂ ਦਿਨ ਦੇ ਵਿੱਚ ਪਹੁੰਚ ਗਈ ਹੈ। ਨਿਰਪੱਖ ਮੀਡੀਆ ਅਦਾਰਿਆਂ ਉੱਤੇ ਸਰਕਾਰੀ ਕਹਿਰ ਦੀ ਜੇ ਗੱਲ ਕਰ ਲਈਏ ਤਾਂ ਕੱਲ ਨਿਊਜ਼ ਕਲਿੱਕ ਤੇ ਨਿਊਜ਼ ਲਾਂਡਰੀ ਦੇ ਦਫ਼ਤਰਾਂ ਦੇ ਵਿੱਚ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਇਨਕਮ ਟੈਕਸ ਵਿਭਾਗ ਨੇ ਦਫ਼ਤਰਾਂ ਦੇ ਵਿੱਚ ਕੀਤੀ ਜਾਂਚ ਨੂੰ ਸਰਵੇ ਆਪਰੇਸ਼ਨ ਦਾ ਨਾਮ ਦਿੱਤਾ ਤੇ ਅਧਿਕਾਰੀਆਂ ਨੇ ਕੁਝ ਦਸਤਾਵੇਜ਼ਾਂ ਦੀ ਪੜਤਾਲ ਵੀ ਕੀਤੀ ਹੈ। ਟੈਕਸ ਅਦਾਇਗੀਆਂ ਦੇ ਨਾਲ ਕਹਿੰਦੇ ਇਹ ਸਰਵੇ ਜੁੜਿਆ ਹੋਇਆ ਸੀ ਤੇ ਕੁਝ ਦਸਤਾਵੇਜ਼ ਮਿਲੇ ਨੇ ਜਿਨ੍ਹਾਂ ਦਾ ਅਸੀਂ ਅਧਿਐਨ ਕਰ ਰਹੇ ਹਾਂ। ਤੇ ਇਨਕਮ ਟੈਕਸ ਅਧਿਕਾਰੀਆਂ ਨੇ ਜਿਹੜਾ ਸਰਵੇ ਆਪਰੇਸ਼ਨ ਦਾ ਨਾਮ ਦਿੱਤਾ ਹੈ, ਇਹ ਸਰਵੇ ਆਪਰੇਸ਼ਨ ਆਮਦਨ ਕਰ ਟੈਕਸ 1961 ਦੀ ਧਾਰਾ 133A ਤਹਿਤ ਕੀਤਾ ਜਾਂਦਾ ਹੈ ਤੇ ਇਹਦੇ ਤਹਿਤ ਟੈਕਸ ਅਧਿਕਾਰੀ ਸਿਰਫ ਟੈਕਸ ਦੇਣ ਵਾਲੇ ਦੇ ਦਫ਼ਤਰ ਜਾਂਦੇ ਨੇ ਜਾਂ ਉਹਨਾਂ ਦੇ ਦਫ਼ਤਰ ਜਾਂਦੇ ਹੁੰਦੇ ਨੇ ਜੋ ਉਸ ਕਾਰੋਬਾਰ ਦੇ ਨਾਲ ਜੁੜੇ ਹੁੰਦੇ ਨੇ। ਰਿਹਾਇਸ਼ਾਂ ਦੇ ਉੱਤੇ ਵਿਭਾਗ ਦੇ ਅਧਿਕਾਰੀ ਕਦੇ ਨਹੀਂ ਜਾਂਦੇ। ਵਿਭਾਗ ਦਸਤਾਵੇਜ਼ ਜ਼ਰੂਰ ਜ਼ਬਤ ਕਰ ਸਕਦਾ ਹੈ। ਪੋਰਟਲ ਜਾਂ ਇਸ ਦੇ ਪ੍ਰਮੋਟਰਾਂ ਨੇ ਹਾਲੇ ਤੱਕ ਇਸ ਛਾਪੇਮਾਰੀ ਨੂੰ ਲੈ ਕੇ ਕੋਈ ਵੀ ਟਿੱਪਣੀ ਹੈ ਜਿਹੜੀ ਨਹੀਂ ਕੀਤੀ, ਪਰ ਇਹਨਾਂ ਦੇ ਜਿਹੜੇ ਪੋਰਟਲ ਨੇ ਉਹ ਲਗਾਤਾਰ ਚੱਲ ਰਹੇ ਨੇ, ਲਗਾਤਾਰ ਖਬਰਾਂ ਨੇ ਜਿਹੜੀਆਂ ਉਹ ਪੈ ਰਹੀਆਂ ਨੇ। ਨਿਊਜ਼ ਕਲਿੱਕ ਦੇ ਉੱਤੇ ED ਨੇ ਫਰਵਰੀ ਦੇ ਵਿੱਚ ਜਿਹੜਾ PMLA ਕਾਨੂੰਨ ਤਹਿਤ ਪਹਿਲਾਂ ਵੀ ਛਾਪੇ ਮਾਰੇ ਸੀ, ਦੋਸ਼ ਲਾਇਆ ਸੀ ਕਿ ਕੰਪਨੀ ਨੂੰ ਵਿਦੇਸ਼ੀ ਫੰਡਿੰਗ ਹੋਈ ਹੈ। ਅਦਾਲਤ ਨੇ ਪੰਜਾਬ ਪੁਲਿਸ ਦੀ ਤਿੱਖੀ ਝਾੜ ਝੰਬ ਕੀਤੀ ਹੈ ਭਗੌੜਿਆਂ ਦੇ ਮੁੱਦੇ ਤੇ। ਸੂਬੇ ਦੇ ਵਿੱਚ 25,000 ਭਗੌੜੇ ਹੋਏ ਨੇ ਜਿਨ੍ਹਾਂ ਨੂੰ ਪੁਲਿਸ ਹਾਲੇ ਤੱਕ ਫੜ ਨਹੀਂ ਸਕੀ ਤੇ ਨਿਆਂਪਾਲਿਕਾ ਦੀ ਘੁਰਕੀ ਤੋਂ ਬਾਅਦ ਪੁਲਿਸ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਨਸ਼ਾ ਤਸਕਰੀ ਸਮੇਤ ਹੋਰ ਕੇਸਾਂ ਦੇ ਵਿੱਚ ਵਿਦੇਸ਼ੀ ਜਾਵਸੇ ਅਤੇ ਦੂਸਰੇ ਸੂਬਿਆਂ ਦੇ ਦਹਾਕਿਆਂ ਤੋਂ ਭਗੌੜੇ ਮੁਲਜ਼ਮ ਪੁਲਿਸ ਦੇ ਲਈ ਹੁਣ ਵੱਡੀ ਚੁਣੌਤੀ ਬਣ ਗਏ ਨੇ ਤੇ ਹੁਣ ਪੁਲਿਸ
ਭਗੌੜੇ ਅਪਰਾਧੀਆਂ ਦੇ ਖਿਲਾਫ ਨਵੀਆਂ FIR ਦਰਜ ਕਰ ਰਹੀ ਹੈ। ਮੋਗਾ ਜ਼ਿਲ੍ਹੇ ਦੇ ਵਿੱਚ ਕਰੀਬ 350 ਭਗੌੜਿਆਂ ਦੀ ਪਛਾਣ ਹੋ ਚੁੱਕੀ ਹੈ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਦੇ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਦੇ ਲਈ ਅਗਾਊਂ ਪ੍ਰਬੰਧਾਂ ਤਹਿਤ ਰੈੱਡ ਕੈਟੇਗਰੀ ਵਾਲੇ 10 ਜ਼ਿਲ੍ਹਿਆਂ ਦੇ ਵਿੱਚ ਵਿਸ਼ੇਸ਼ ਟਾਸਕ ਫੋਰਸ ਤੈਨਾਤ ਕਰਨ ਅਤੇ ਹਵਾ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਦੇ ਲਈ ਪਿੰਡ, ਕਲਸਟਰ, ਤਹਿਸੀਲ ਤੇ ਜ਼ਿਲ੍ਹਾ ਪੱਧਰ ਉੱਤੇ ਨੋਡਲ ਅਧਿਕਾਰੀ ਨਿਯੁਕਤ ਕਰਨ ਦੀ ਹਦਾਇਤ ਦਿੱਤੀ ਹੈ। ਪਿੰਡ ਪੱਧਰ ਤੇ 8000 ਨੋਡਲ ਅਧਿਕਾਰੀ ਨਿਯੁਕਤ ਹੋਣਗੇ। RTI ਤਹਿਤ ਖੁਲਾਸਾ ਹੋਇਆ ਕਿ ਪੰਜਾਬ ਦੀਆਂ ਸਰਕਾਰਾਂ ਨੇ 2.5 ਦਹਾਕਿਆਂ ਦੇ ਵਿੱਚ ਹੈਲੀਕਾਪਟਰਾਂ ਦੇ ਸਫ਼ਰ ਦੇ ਉੱਤੇ 166 ਕਰੋੜ ਰੁਪਏ ਖਰਚ ਦਿੱਤੇ ਨੇ। ਹਾਲਾਂਕਿ ਸਰਕਾਰ ਨੇ ਦੂਜੇ ਸੂਬਿਆਂ ਦੇ ਦੌਰਿਆਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਤੇ ਇਹਨਾਂ 2.5 ਦਹਾਕਿਆਂ ਦੇ ਵਿੱਚ ਸਭ ਤੋਂ ਵੱਧ ਹੈਲੀਕਾਪਟਰਾਂ ਦਾ ਖਰਚਾ ਬਾਦਲ ਸਰਕਾਰ ਦੇ ਵੇਲੇ ਹੋਇਆ। 2007 ਤੋਂ 2012 ਤੱਕ ਦੀ ਜਿਹੜੀ ਬਾਦਲ ਦੀ ਸਰਕਾਰ ਸੀ ਉਹਦੇ ਵਿੱਚ 53 ਕਰੋੜ 81 ਲੱਖ ਖਰਚਾ ਜਿਹੜਾ ਉਹ ਹੈਲੀਕਾਪਟਰਾਂ ਤੇ ਕੀਤਾ ਗਿਆ। ਤੇ ਇਸ ਵਾਰ ਦੀ ਕੈਪਟਨ ਸਰਕਾਰ ਦੀ ਜੇ ਗੱਲ ਕਰ ਲਈਏ ਤਾਂ 2017 ਤੋਂ ਲੈ ਕੇ 2021 ਤੱਕ 14 ਕਰੋੜ 58 ਲੱਖ ਦਾ ਖਰਚਾ ਕੀਤਾ ਗਿਆ ਹੈ ਤੇ ਇਸ ਖਰਚੇ ਦੇ ਵਿੱਚ ਘਾਟਾ ਇਸ ਕਰਕੇ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕਰੋਨਾ ਮਹਾਮਾਰੀ ਕਰਕੇ ਲਗਭਗ 2 ਸਾਲਾਂ ਤੱਕ ਤਾਂ ਜਿਹੜੇ ਸਰਕਾਰ ਹੈਗੀ ਹੈ ਉਹ ਆਪਣੇ ਮਹਿਲਾਂ ਦੇ ਵਿੱਚ ਹੀ ਬੰਦ ਬੈਠੀ ਹੈ। ਫਰੀਦਕੋਟ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਜਿਹੜੇ ਨੌਜਵਾਨ ਦੀ ਭੇਦਭਰੀ ਹਾਲਤ ਦੇ ਵਿੱਚ ਮੌਤ ਹੋਈ ਹੈ, ਪੁਲਿਸ ਕਸਟਡੀ ਦੇ ਵਿੱਚ। ਉਸ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨੇ ਜੁਡੀਸ਼ੀਅਲੀ ਜਾਂਚ ਦੇ ਹੁਕਮ ਨੇ ਜਿਹੜੇ ਉਹ ਦੇ ਦਿੱਤੇ ਨੇ। ਜਾਣਕਾਰੀ ਮਿਲੀ ਹੈ ਕਿ ਸਿਟੀ ਪੁਲਿਸ ਫਰੀਦਕੋਟ ਨੇ ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਚੋਰੀ ਦੇ ਦੋਸ਼ ਵਿੱਚ 8 ਸਤੰਬਰ ਨੂੰ ਫਰੀਦਕੋਟ ਦੀ ਦਾਣਾ ਮੰਡੀ ਚੋਂ ਗ੍ਰਿਫਤਾਰ ਕੀਤਾ ਸੀ। 9 ਸਤੰਬਰ ਨੂੰ ਦੇਰ ਸ਼ਾਮ ਪੁਲਿਸ ਰਿਮਾਂਡ ਲਈ ਸੁਖਵਿੰਦਰ ਸਿੰਘ ਨੂੰ ਫਰੀਦਕੋਟ ਅਦਾਲਤ ਲਿਜਾਇਆ ਗਿਆ। ਅਦਾਲਤ ਦੇ ਬਾਹਰ ਪੁਲਿਸ ਵਾਹਨ ਵਿੱਚ ਹੀ ਸੁਖਵਿੰਦਰ ਸਿੰਘ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਹ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਦੱਸਿਆ ਗਿਆ ਹੈ। ਜਲਿਆਂਵਾਲਾ ਬਾਗ ਦੇ ਅੰਦਰ ਜਿਹੜੀ ਦਫਾ 144 ਲਾਈ ਗਈ ਸੀ ਉਸ ਨੂੰ ਵਿਰੋਧ ਕਾਰਨ ਕਹਿੰਦੇ ਹਟਾ ਦਿੱਤਾ ਗਿਆ ਹੈ। ਪ੍ਰਸ਼ਾਸਨ ਨੂੰ ਤੁਰੰਤ ਉਸੇ ਦਿਨ ਹੀ ਹਟਾਉਣਾ ਪਿਆ ਹੈ ਤੇ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਮਾਮਲੇ ਦੇ ਵਿੱਚ ਜਲਿਆਂਵਾਲੇ ਬਾਗ ਦੇ ਮੂਲ ਸਰੂਪ ਨਾਲ ਛੇੜਛਾੜ ਹੋਣ ਦੇ ਵਿਰੋਧ ਤੋਂ ਬਾਅਦ ਜਲਿਆਂਵਾਲਾ ਬਾਗ ਯਾਦਗਾਰ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਹੁਣ ਕੇਂਦਰ ਸਰਕਾਰ ਨੂੰ ਚਿੱਠੀ ਭੇਜ ਕੇ ਜਿਹੜਾ ਪ੍ਰਵੇਸ਼ ਦੁਆਰ ਹੈ ਉਹਦੇ ਵਿੱਚ ਲਾਈਆਂ ਗਈਆਂ ਮੂਰਤੀਆਂ ਹਟਾਉਣ ਦੇ ਲਈ ਕਹਿ ਦਿੱਤਾ ਹੈ। ਤਰਲੋਚਨ ਸਿੰਘ ਜਲਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਮੈਂਬਰ ਵੀ ਨੇ ਅਤੇ ਰਾਜ ਸਭਾ ਮੈਂਬਰ ਵੀ ਨੇ। ਉਹਨਾਂ ਨੇ ਕੇਂਦਰ ਸਰਕਾਰ ਨੂੰ 9 ਹੋਰ ਸੁਝਾਅ ਵੀ ਦਿੱਤੇ ਨੇ ਪਰ ਨਾਲ ਹੀ ਨਵੀਨੀਕਰਨ ਦੇ ਲਈ ਮੋਦੀ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਸੁਝਾਅ ਦੇਣ ਵਾਲਿਆਂ ਵਿੱਚ ਸ਼ਹੀਦ ਪਰਿਵਾਰਾਂ ਦੇ ਮੈਂਬਰ ਵੀ ਸ਼ਾਮਿਲ ਨੇ। ਇਹਨਾਂ ਸੁਝਾਵਾਂ ਨੂੰ ਇਤਿਹਾਸਿਕ ਜਲਿਆਂਵਾਲਾ ਬਾਗ ਵਿੱਚ ਅਮਲ ਵਿੱਚ ਲਿਆਂਦੇ ਜਾਣ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ ਤੇ ਨਵੀਨੀਕਰਨ ਦੇ ਖਿਲਾਫ ਕੱਲ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕਾਰਕੁਨ ਹੈਗੇ ਨੇ ਉਹਨਾਂ ਨੇ ਵੀ ਮੋਦੀ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਪੈਸਾ ਕਿਸ ਕਦਰ ਰਿਸ਼ਤਿਆਂ ਦੇ ਉੱਤੇ ਭਾਰੂ ਪੈ ਜਾਂਦਾ ਹੈ ਇਸ ਦੀ ਇੱਕ ਹੋਰ ਜਿਹੜੀ ਮਿਸਾਲ ਹੈ ਪਟਿਆਲਾ ਦੇ ਪਿੰਡ ਮੱਲੋ ਮਾਜਰਾ ਤੋਂ ਮਿਲੀ ਹੈ ਜਿੱਥੇ ਜ਼ਮੀਨੀ ਵਿਵਾਦ ਦੇ ਕਾਰਨ 2 ਭਰਾਵਾਂ ਨੇ ਆਪਣੀਆਂ 2 ਸਕੀਆਂ ਭੈਣਾਂ ਨੂੰ ਹੀ ਗੋਲੀਆਂ ਮਾਰ ਦਿੱਤੀਆਂ। ਦੋਵਾਂ ਭੈਣਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰਿਵਾਰ ਦੇ ਕੋਲ 58 ਏਕੜ ਜ਼ਮੀਨ ਹੈ। ਪਿਤਾ ਨੇ ਮਰਨ ਤੋਂ ਪਹਿਲਾਂ 25-25 ਏਕੜ ਜ਼ਮੀਨ ਆਪਣੇ ਦੋਵਾਂ ਪੁੱਤਾਂ ਦੇ ਨਾਂ ਤੇ 4-4 ਏਕੜ ਦੋਵਾਂ ਧੀਆਂ ਦੇ ਨਾਂ ਕਰਵਾ ਦਿੱਤੀ ਸੀ। ਦੋਵੇਂ ਭੈਣਾਂ ਆਪਣੇ ਪੇਕੇ ਘਰ ਹੀ ਵੱਖਰੇ ਮਕਾਨ ਦੇ ਵਿੱਚ ਰਹਿ ਰਹੀਆਂ ਨੇ। ਇੱਕ ਅਣਵਿਆਹੀ ਹੈ ਤੇ ਦੂਸਰੀ ਦਾ ਤਲਾਕ ਹੋਇਆ। ਆਪਣੇ ਹਿੱਸੇ ਆਈ 8 ਏਕੜ ਜ਼ਮੀਨ ਦੀ ਵਾਹੀ ਦੋਵੇਂ ਭੈਣਾਂ ਖੁਦ ਕਰਦੀਆਂ ਨੇ ਜਿਸ ਕਰਕੇ ਭੈਣ ਭਰਾਵਾਂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀ। ਇਸੇ ਕਰਕੇ ਇਹ ਸਾਰਾ ਜਿਹੜਾ ਕਾਂਡ ਵਾਪਰਿਆ ਤੇ ਇਸ ਹਮਲੇ ਦੇ ਵਿੱਚ ਦੋਵਾਂ ਭਰਾਵਾਂ ਸਮੇਤ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੌਮਾਂਤਰੀ ਖਬਰ ਦੀ ਗੱਲ ਕਰ ਲਈਏ ਤਾਂ ਤਾਲਿਬਾਨ ਦੀ ਸਰਕਾਰ ਦੇ ਬਾਰੇ ਬ੍ਰਿਕਸ ਮੁਲਕਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਇਸ ਗੱਲ ਤੇ ਬ੍ਰਿਕਸ ਮੁਲਕ ਸਹਿਮਤ ਹੋ ਗਏ ਨੇ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਸਰਕਾਰ ਨੂੰ ਉਦੋਂ ਤੱਕ ਅਸੀਂ ਮਾਨਤਾ ਨਹੀਂ ਦੇਵਾਂਗੇ ਜਦੋਂ ਤੱਕ ਤਾਲਿਬਾਨ ਇਸ ਗੱਲ ਦਾ ਯਕੀਨ ਨਹੀਂ ਦਿਵਾਉਂਦੇ ਕਿ ਉਹ ਕੌਮਾਂਤਰੀ ਕਾਨੂੰਨਾਂ ਦੇ ਮੁਤਾਬਿਕ ਚੱਲਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 5 ਮੁਲਕਾਂ ਦੇ ਇਸ ਗਰੁੱਪ ਦੇ ਬ੍ਰਿਕਸ ਸੰਮੇਲਨ ਦੀ ਆਨਲਾਈਨ ਪ੍ਰਧਾਨਗੀ ਕੀਤੀ ਸੀ ਤੇ ਅਫਗਾਨਿਸਤਾਨ ਦੇ ਵਿੱਚ ਜਿਹੜੇ 2 ਪੱਤਰਕਾਰਾਂ ਦੀ ਬੇਤਹਾਸ਼ਾ ਕੁੱਟਮਾਰ ਤਾਲਿਬਾਨੀਆਂ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ। ਇਹਨਾਂ ਪੱਤਰਕਾਰਾਂ ਨੇ ਕਿਹਾ ਕਿ ਤਾਲਿਬਾਨ ਸਾਨੂੰ ਆਪਣੇ ਪ੍ਰਚਾਰ ਲਈ ਵਰਤਣਾ ਚਾਹੁੰਦਾ ਹੈ। ਮੀਡੀਆ ਕਰਮੀਆਂ ਦੇ ਮੁਤਾਬਿਕ ਤਾਲਿਬਾਨ ਦੀ ਜਿਹੜੀ ਲੀਡਰਸ਼ਿਪ ਹੈ ਅਤੇ ਉਹਨਾਂ ਦਾ ਹੇਠਲਾ ਪ੍ਰਸ਼ਾਸਨ ਹੈ ਉਹਦੇ ਵਿੱਚ ਤਾਲਮੇਲ ਹੀ ਨਹੀਂ ਹੈ। ਇਸੇ ਦਰਮਿਆਨ ਤਾਲਿਬਾਨ ਦੀ ਸਰਕਾਰ ਨੇ ਕਿਹਾ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ, ਅਸੀਂ ਇਸ ਦਾ ਪੂਰਾ ਖਿਆਲ ਰੱਖਾਂਗੇ ਤੇ ਸਾਨੂੰ ਹੈ ਜਿਹੜਾ ਇਸ ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। ਮੌਸਮ ਦੀ ਜੇ ਗੱਲ ਕਰ ਲਈਏ ਤਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਲ 8 ਘੰਟੇ ਲਗਾਤਾਰ ਭਾਰੀ ਮੀਂਹ ਪਿਆ ਹੈ। ਗੁਰੂ ਕੀ ਨਗਰੀ ਜਲ ਥਲ ਹੋ ਗਈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜਾ ਪਾਣੀ ਹੈ ਉਹ ਭਰ ਗਿਆ ਸੀ ਤੇ ਸੜਕਾਂ ਨੇ ਜਿਹੜੀਆਂ ਉਹ ਤਾਂ ਕਈ ਫੁੱਟ ਪਾਣੀ ਦੇ ਨਾਲ ਭਰ ਗਈਆਂ ਸੀ ਤੇ ਸਕੂਲ
ਸਕੂਲੀ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਪਾਣੀ ਦੇ ਵਿੱਚੋਂ ਲੰਘ ਕੇ ਆਪਣੇ ਘਰਾਂ ਨੂੰ ਜਾਣਾ ਪਿਆ। ਮੌਸਮ ਵਿਭਾਗ ਦੀ ਜਿਹੜੀ ਪੇਸ਼ੀਨਗੋਈ ਹੈ ਸੱਚ ਸਾਬਿਤ ਹੋਈ ਹੈ, ਕਿਉਂਕਿ ਮੌਸਮ ਵਿਭਾਗ ਨੇ ਕਿਹਾ ਕਿ 12 ਸਤੰਬਰ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਹੈ ਜਿਹੜਾ ਉਹ ਪੈ ਸਕਦਾ ਹੈ ਤੇ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਲੋਕ ਇਹ ਅਰਦਾਸਾਂ ਕਰ ਰਹੇ ਨੇ ਕਿ ਬਹੁਤ ਭਾਰੀ ਮੀਂਹ ਨਾ ਪਵੇ, ਖਾਸ ਕਰਕੇ ਮਾਲਵਾ ਪੱਟੀ ਦੇ ਵਿੱਚ ਹੁਣ ਭਾਰੀ ਮੀਂਹ ਦੇ ਨਾਲ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚੇਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਕਿਸਾਨਾਂ ਨੇ ਸਿਆਸਤਦਾਨਾਂ ਦੀ ਕਚਹਿਰੀ ਲਾਈ। ਪੰਜਾਬ ਦੇ ਸਾਰੇ ਸਿਆਸਤਦਾਨਾਂ ਦੀ ਕਚਹਿਰੀ ਲੱਗੀ। ਕਿਸਾਨਾਂ ਦੇ ਮੂਹਰੇ ਪੇਸ਼ੀ ਹੋਈ ਬੀਜੇਪੀ ਨੂੰ ਛੱਡ ਕੇ। ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਪਹੁੰਚੀਆਂ। ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚੇ। ਇਸ ਤੋਂ ਇਲਾਵਾ ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸੰਯੁਕਤ ਬਸਪਾ ਤੇ CPIM ਦੇ ਲੀਡਰਾਂ ਦੇ ਨਾਲ ਵੀ ਬੈਠਕ ਹੋਈ। ਪੂਰਾ ਦਿਨ ਚੱਲੀ ਬੈਠਕ ਚੋਂ ਕੋਈ ਬਹੁਤ ਵੱਡਾ ਨਤੀਜਾ ਤਾਂ ਨਹੀਂ ਨਿਕਲਿਆ ਲੱਗਦਾ, ਕਿਹਾ ਨਹੀਂ ਜਾ ਸਕਦਾ, ਕਿਉਂਕਿ ਅਕਾਲੀ ਦਲ ਤੇ ਕਾਂਗਰਸ ਨੇ ਚੋਣ ਰੈਲੀਆਂ ਹਾਲੇ ਨਾ ਕਰਨ ਦੀ ਕਿਸਾਨਾਂ ਦੀ ਸਲਾਹ ਦੇ ਉੱਤੇ ਕੋਈ ਖਾਸ ਸਹਿਮਤੀ ਨਹੀਂ ਜਤਾਈ ਹੈ। ਕਿਸਾਨ ਲੀਡਰਾਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਸਮੇਤ ਸਾਰੇ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ। ਕਿਸਾਨਾਂ ਨੂੰ ਇਹ ਸੁਨੇਹਾ ਦਿੱਤਾ ਕਿ ਸਮਾਜਿਕ ਸਮਾਗਮਾਂ ਦੇ ਵਿੱਚ ਜਾਣ ਵਾਲੇ ਸਿਆਸੀ ਲੀਡਰਾਂ ਦਾ ਬਾਈਕਾਟ ਕਰਾਓ ਨਾ ਕੀਤਾ ਜਾਵੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ। ਸਿਆਸੀ ਲੀਡਰਾਂ ਦੇ ਨਾਲ ਕੀ ਗੱਲਬਾਤ ਹੋਈ ਇਹ ਵੀ ਦੱਸਿਆ। ਕਹਿੰਦੇ ਇੱਕ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਚੋਣ ਰੈਲੀਆਂ ਨਾ ਕਰੋ, ਰਸਮੀ ਐਲਾਨ ਤੋਂ ਪਹਿਲਾਂ ਚੋਣ ਪ੍ਰਚਾਰ ਸ਼ੁਰੂ ਨਾ ਕਰੋ। ਜੇ ਕਰੋਗੇ ਤਾਂ ਫਿਰ ਕਿਸਾਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਜਿਹੜੀ ਪਾਰਟੀ ਜ਼ਿੱਦ ਕਰਕੇ ਚੋਣ ਪ੍ਰਚਾਰ ਕਰੂਗੀ ਉਸ ਨੂੰ ਅਸੀਂ ਕਿਸਾਨ ਵਿਰੋਧੀ ਸਮਝਾਂਗੇ। ਕਾਂਗਰਸ ਤੇ ਅਕਾਲੀ ਦਲ ਨੇ ਇਸ ਮਸਲੇ ਤੇ ਆਪਣੀ ਰਾਏ ਸਪਸ਼ਟ ਨਹੀਂ ਕੀਤੀ ਹੈ, ਇਹ ਰਾਜੇਵਾਲ ਨੇ ਦੱਸਿਆ। ਦੂਸਰੀ ਗੱਲ ਇਹ ਕਹੀ ਕਿ ਚੋਣ ਮੈਨੀਫੈਸਟੋ ਹੈ ਜਿਹੜਾ ਉਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਹੈ, ਇੱਕ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਹੈ ਤੇ ਉਸਦੇ ਰਿਲੀਜ਼ ਕਰਨ ਦਾ ਸਮਾਂ ਤੈਅ ਹੋਣਾ ਚਾਹੀਦਾ ਹੈ। ਮੈਨੀਫੈਸਟੋ ਦੇ ਵਿੱਚ ਜਾਤਾਂ ਪਾਤਾਂ ਧਰਮਾਂ ਦਾ ਬਖੇੜਾ ਖੜਾ ਕਰਨ ਵਾਲੀਆਂ ਗੱਲਾਂ ਜਾਂ ਫਿਰ ਦਾਅਵੇ ਵਾਅਦੇ ਨਾ ਹੋਣ ਤੇ ਸਾਰੀਆਂ ਪਾਰਟੀਆਂ ਇਸ ਤੇ ਸਹਿਮਤ ਹੋਈਆਂ ਨੇ, ਇਹ ਰਾਜੇਵਾਲ ਨੇ ਦੱਸਿਆ। ਕਹਿੰਦੇ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਤੁਹਾਡੀ ਸਰਕਾਰ ਨੇ ਸਾਡੇ ਕਿਸਾਨਾਂ ਤੇ ਪਰਚੇ ਜਿਹੜੇ ਦਰਜ ਕੀਤੇ ਨੇ ਉਹ ਰੱਦ ਕਰਵਾਓ, ਤਾਂ ਸਿੱਧੂ ਨੇ ਕਿਹਾ ਕਿ ਮੈਂ CM ਸਾਹਿਬ ਨਾਲ ਗੱਲ ਕਰਾਂਗਾ। ਕਹਿੰਦੇ ਸਿੱਧੂ ਨੇ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਦੀ ਹਰ ਗੱਲ ਮਨਵਾਉਣ ਲਈ ਤੁਹਾਡੇ ਨਾਲ ਖੜੇ ਹਾਂ, ਤੁਹਾਡੀ ਹਰ ਗੱਲ 'ਚ ਤੁਹਾਡੇ ਨਾਲ ਖੜੇ ਹਾਂ। ਕਹਿੰਦੇ ਅਸੀਂ ਵੱਡੀਆਂ ਪਾਰਟੀਆਂ ਨੂੰ ਤਾਂ ਅੱਧਾ ਘੰਟਾ ਦਿੱਤਾ ਗੱਲ ਕਰਨ ਦੇ ਲਈ ਤੇ ਬਾਕੀਆਂ ਨੂੰ 20 ਮਿੰਟ ਦਿੱਤੇ। ਸਾਰੇ ਪਾਰਟੀਆਂ ਦੇ ਵਿਧਾਇਕ, ਸੰਸਦ ਮੈਂਬਰ ਕਹਿੰਦੇ ਜੇ ਸਾਡੇ ਹਮਦਰਦੀ ਹੈਗੇ ਨੇ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਪਾਰਲੀਮੈਂਟ ਦੇ ਬਾਹਰ ਜਾ ਕੇ ਧਰਨਾ ਦੇਣ। ਇਸ ਦਰਮਿਆਨ ਰਾਜੇਵਾਲ ਨੂੰ ਗੁਰਨਾਮ ਸਿੰਘ ਚੜੂਨੀ ਦੇ ਮਿਸ਼ਨ ਪੰਜਾਬ ਬਾਰੇ ਵੀ ਸਵਾਲ ਪੁੱਛਿਆ ਗਿਆ ਤਾਂ ਰਾਜੇਵਾਲ ਨੇ ਕਿਹਾ ਕਿ ਚੜੂਨੀ ਇਕੱਲੇ ਹੀ ਇੱਕ ਪਾਸੇ ਨੇ, ਉਹਨਾਂ ਦੀ ਆਪਣੀ ਰਾਏ ਹੋ ਸਕਦੀ ਹੈ। ਸਾਨੂੰ ਸਾਰੀਆਂ ਸਿਆਸੀ ਪਾਰਟੀਆਂ ਇਹ ਕਹਿ ਕੇ ਗਈਆਂ ਨੇ ਕਿ ਆਪਣੀ ਲੀਡਰਸ਼ਿਪ ਦੇ ਨਾਲ ਸਲਾਹ ਕਰਕੇ ਉਹ ਦੱਸਣਗੇ ਚੋਣ ਰੈਲੀਆਂ ਕਰਨੀਆਂ ਜਾਂ ਨਹੀਂ ਕਰਨੀਆਂ। ਸੋ ਇਸ ਤੋਂ ਪਤਾ ਲੱਗਦਾ ਕਿ ਜਿਹੜੀ ਇਹ ਬੈਠਕ ਹੋਈ ਹੈ ਸ਼ੁੱਕਰਵਾਰ ਨੂੰ, ਜਿਹੜੀ ਇੱਕ ਵੱਡੀ ਲੰਬੀ ਮੀਟਿੰਗ ਜਿਹੜੀ ਚੱਲੀ ਹੈ ਸਿਆਸਤਦਾਨਾਂ ਦੇ ਨਾਲ, ਉਹਦੇ ਵਿੱਚੋਂ ਕੋਈ ਬਹੁਤੀ ਪ੍ਰਾਪਤੀ ਜਿਹੜੀ ਕਿਸਾਨਾਂ ਨੂੰ ਹੋਈ ਨਹੀਂ ਕਹੀ ਜਾ ਸਕਦੀ, ਕਿਉਂਕਿ ਮੇਨ ਮੁੱਦਾ ਚੋਣ ਰੈਲੀਆਂ ਦਾ ਸੀ। ਚੋਣ ਰੈਲੀਆਂ ਤੇ ਹੀ ਜਿਹੜਾ ਹੈਗਾ ਮੇਨ ਪਾਰਟੀਆਂ, ਮੁੱਖ ਪਾਰਟੀਆਂ ਨੇ ਜਿਹੜੀਆਂ ਉਹੀ ਵੱਡੀਆਂ ਰੈਲੀਆਂ ਕਰਦੀਆਂ ਨੇ, ਉਹਨਾਂ ਨੇ ਹੀ ਕੋਈ ਮਤਲਬ ਹਾਂ ਦੇ ਵਿੱਚ ਹਾਂ ਨਹੀਂ ਮਿਲਾਈ। ਹਾਲਾਂਕਿ ਬਾਕੀ ਸਾਰੀਆਂ ਪਾਰਟੀਆਂ ਨੇ ਜਿਹੜਾ ਉਹ ਭਰੋਸਾ ਦਿੱਤਾ ਹੈ। ਸਿਰਫ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋ ਪਾਰਟੀਆਂ ਨੇ ਕਲੀਅਰ ਰਾਏ ਨਹੀਂ ਦਿੱਤੀ। ਉਹ ਇਹ ਕਹਿ ਕੇ ਗਏ ਵੀ ਅਸੀਂ ਆਪਣੀ ਲੀਡਰਸ਼ਿਪ ਨਾਲ ਗੱਲ ਕਰਾਂਗੇ। ਬਾਕੀ ਸਾਰੀਆਂ ਪਾਰਟੀਆਂ ਨੇ ਕਿਹਾ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਜਦੋਂ ਚੋਣਾਂ ਡਿਕਲੇਅਰ ਹੋਣ ਉਦੋਂ ਚੋਣ ਮੁਹਿੰਮ ਸ਼ੁਰੂ ਕੀਤੀ ਜਾਏ। ਸਿਰਫ ਦੋ ਪਾਰਟੀਆਂ ਤੋਂ ਬਗੈਰ ਅਸੀਂ ਫੈਸਲਾ ਕੀਤਾ ਔਰ ਸਾਰੇ ਆਪਣੇ ਕੇਡਰ ਨੂੰ, ਵਰਕਰਾਂ ਨੂੰ ਬੇਨਤੀ ਕਰਦੇ ਹਾਂ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਪੋਲੀਟੀਕਲ ਲੀਡਰ ਨੂੰ ਜੇ ਕਿਸੇ ਸਮਾਜਿਕ ਫੰਕਸ਼ਨ 'ਚ ਜਾਂਦਾ ਉਹਨੂੰ ਬਿਲਕੁਲ ਨਾ ਘੇਰਿਆ ਜਾਏ, ਉਹਨੂੰ ਕੋਈ ਹਰੈਸ ਨਾ ਕੀਤਾ ਜਾਏ ਔਰ ਸਾਰੇ ਸ਼ਾਂਤੀ ਬਣਾਉਣ ਵਿੱਚ ਸਹਿਯੋਗ ਦੇਣ। ਔਰ ਨਾਲ ਹੀ ਇਹ ਵੀ ਸਾਰੀਆਂ ਪਾਰਟੀਆਂ ਨੂੰ ਅਸੀਂ ਚਾਹੁੰਦੇ ਹਾਂ ਜਿਹੜੀ ਪਾਰਟੀ ਇਸ ਵੇਲੇ ਜਿੱਦ ਕਰਕੇ ਇਹ ਮੁਹਿੰਮ ਨੂੰ ਚਲਾਊਗੀ ਚੋਣਾਂ ਦੀ ਨੂੰ, ਅਸੀਂ ਸਮਝਾਂਗੇ ਵੀ ਉਸ ਅੰਦੋਲਨ ਦੀ ਵਿਰੋਧੀ ਪਾਰਟੀ ਹੈ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਤੁਸੀਂ ਰੋਜ਼ ਐਵੇਂ ਬਿਆਨ ਦੇਈ ਜਾਂਦੇ ਹੋ, ਜਿਹੜੇ ਕਿਸਾਨਾਂ ਦੇ ਕੇਸ ਬਣੇ ਹੋਏ ਨੇ ਇਸ ਮੋਰਚੇ ਦੇ ਦਰਮਿਆਨ ਉਹ ਸਾਰੇ ਵਾਪਸ ਲੈ ਜਾਣ। ਚੜੂਨੀ ਦੀ ਗੱਲ ਨਾ ਕਰੋ, ਕੱਲਾ ਹੀ ਇੱਕ ਪਾਸੇ ਆ ਪੰਜਾਬ ਦੇ ਗੱਲ ਕਰੋ। ਪੰਜਾਬ ਦੇ ਸਾਰੇ ਇੱਕ ਸਾਹਿਬ ਦਾ ਹੋਏਗਾ।
2022 ਦੇ ਵਿੱਚ ਰਾਜੇਵਾਲ ਸਾਹਿਬ ਮੁੱਖ ਮੰਤਰੀ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਜੋ ਸਿਆਸੀ ਲੀਡਰਾਂ ਦੇ ਨਾਲ ਬੈਠਕ ਤੋਂ ਬਾਅਦ ਆ ਕੇ ਸਿਆਸਤਦਾਨਾਂ ਨੇ ਬਿਆਨ ਦਿੱਤੇ। ਅਕਾਲੀ ਦਲ ਨੇ ਕਿਸਾਨ ਲੀਡਰਾਂ ਤੋਂ ਰੈਲੀਆਂ ਕਰਨ ਦੀ ਇਜਾਜ਼ਤ ਮੰਗੀ। ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਵੀ ਪ੍ਰੋਗਰਾਮ ਉਲੀਕਿਆ ਹੋਵੇਗਾ, ਕੋਈ ਸੱਦਾ ਦਿੱਤਾ ਹੋਵੇਗਾ ਤਾਂ ਉਸ ਵਕਤ ਅਸੀਂ ਆਪਣੀਆਂ ਰੈਲੀਆਂ ਜਿਹੜੀਆਂ ਉਹ ਨਹੀਂ ਕਰਾਂਗੇ, ਉਸ ਦਿਨ ਲਈ ਰੋਕ ਦਿਆ ਕਰਾਂਗੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਸੀਂ ਆਪਣੇ ਸੁਝਾਅ ਕਿਸਾਨ ਲੀਡਰਾਂ ਦੇ ਮੂਹਰੇ ਰੱਖੇ ਨੇ ਤੇ ਸਾਨੂੰ ਆਸ ਹੈ ਕਿ ਕਿਸਾਨ ਜਥੇਬੰਦੀਆਂ ਸਾਡੇ ਸੁਝਾਵਾਂ ਦੀ ਜ਼ਰੂਰ ਕਦਰ ਕਰਨਗੀਆਂ। ਪੰਜਾਬ ਦੇ ਵਿੱਚ ਕਹਿੰਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਤਾਂ ਆਮ ਆਦਮੀ ਪਾਰਟੀ ਨੇ ਬਾਘਾ ਪੁਰਾਣਾ ਤੋਂ ਕੀਤੀ ਸੀ ਜਦੋਂ ਅਰਵਿੰਦ ਕੇਜਰੀਵਾਲ ਇੱਥੇ ਰੈਲੀ ਕਰਕੇ ਗਏ ਸੀ। ਇਹ ਵੀ ਉਹਨਾਂ ਨੇ ਕਿਹਾ ਕਿ ਚੋਣਾਂ ਦਾ ਸਾਲ ਹੈ, ਰੈਲੀਆਂ ਵੀ ਹੋਣਗੀਆਂ, ਬੈਠਕਾਂ ਵੀ ਹੋਣਗੀਆਂ। ਯਾਨੀ ਕਿ ਕਿਸਾਨਾਂ ਦੀ ਇਹ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਇਹ ਲੀਡਰ। ਤੇ ਇਸੇ ਦਰਮਿਆਨ 10 ਸਤੰਬਰ ਵੀ ਇਸੇ ਦਿਨ ਸੀ ਜਿਸ ਦਿਨ ਬੈਠਕ ਹੋਈ ਤੇ 10 ਸਤੰਬਰ ਤੱਕ ਹੀ ਸੁਖਬੀਰ ਬਾਦਲ ਨੇ ਆਪਣੀਆਂ ਚੋਣ ਰੈਲੀਆਂ ਰੋਕੀਆਂ ਹੋਈਆਂ ਸੀ। 11 ਨੂੰ ਹੁਣ ਕੀ ਕਰਨਗੇ ਇਹ ਦੇਖਾਂਗੇ। ਜੇ ਚੋਣ ਆਗਾਜ਼ ਦੀ ਸ਼ੁਰੂਆਤ ਕਿਸੇ ਨੇ ਕੀਤੀ ਤਾਂ ਬਾਘਾ ਪੁਰਾਣਾ ਤੋਂ ਕੇਜਰੀਵਾਲ ਸਾਹਿਬ ਦੀ ਪਾਰਟੀ ਨੇ ਕੀਤੀ ਆ, ਫਿਰ ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਨੇ ਆਪਣਾ ਸ਼ੁਰੂ ਕੀਤਾ ਔਰ ਹੁਣ ਇਲੈਕਸ਼ਨ ਈਅਰ ਆ। ਇਲੈਕਸ਼ਨ ਈਅਰ ਦੇ ਵਿੱਚ ਕੁਦਰਤੀ ਤੌਰ ਤੇ ਰੈਲੀਆਂ ਵੀ ਹੋਣੀਆਂ, ਮੀਟਿੰਗਾਂ ਵੀ ਹੋਣੀਆਂ ਔਰ ਅਸੀਂ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦਾ ਆਪਸੀ ਟਕਰਾਅ ਨਾ ਹੋਵੇ, ਕਿਸੇ ਤਰ੍ਹਾਂ ਦੀ ਭਰਾਵਾਰੂ ਜੰਗ ਨਾ ਹੋਵੇ। ਜੇ ਕਿਸੇ ਤਰ੍ਹਾਂ ਖੋਰਾ ਲੱਗਦਾ, ਕਿਸੇ ਤਰ੍ਹਾਂ ਢਾਹ ਲੱਗਦੀ ਆ, ਅਸੀਂ ਉਹਨੂੰ ਪੂਰਨ ਲਈ ਤਿਆਰ ਆ। ਉਹਦੇ ਲਈ ਅਸੀਂ ਸੁਝਾਅ ਵੀ ਦਿੱਤੇ ਨੇ ਕਿ ਅਸੀਂ ਆਪਣੇ ਵਰਕਰ ਸ਼ਾਮਲ ਕਰਨ ਨੂੰ ਤਿਆਰ ਆ। ਦਿਨ ਦੱਸ ਦਿਓ, ਜੇ ਕੋਈ ਖਾਸ ਦਿਨ ਨੇ, ਤੁਹਾਡੀਆਂ ਇਵੈਂਟਸ ਨੇ, ਅਸੀਂ ਉਹਨਾਂ ਦਿਨਾਂ 'ਚ ਆਪਣੀਆਂ ਰੈਲੀਆਂ ਕੈਂਸਲ ਕਰ ਸਕਦੇ ਆ। ਪਰ ਕਿਸੇ ਤਰ੍ਹਾਂ ਵੀ ਜਿਹੜੇ ਅਸੀਂ ਸੁਝਾਅ ਦਿੱਤੇ ਨੇ ਉਹਨਾਂ ਨੇ ਬੜੇ ਗੰਭੀਰਤਾ ਨਾਲ ਉਹਨਾਂ ਸੁਝਾਵਾਂ ਨੂੰ ਨੋਟ ਕੀਤਾ ਤੇ ਸਾਨੂੰ ਕਿਹਾ ਵੀ ਅਸੀਂ ਸ਼ਾਮ ਨੂੰ ਮੀਟਿੰਗ ਕਰਕੇ ਕੋਈ ਜਿਹੜੇ ਰਾਹ ਨੇ ਤੁਸੀਂ ਵੀ ਸੁਝਾਏ ਨੇ ਉਹਨਾਂ ਦੇ ਆਪਦੇ ਦਿਮਾਗ 'ਚ ਵੀ ਹੋਣਗੇ ਤੇ ਮੇਰਾ ਖਿਆਲ ਆ ਵੀ ਕੋਈ ਨਾ ਕੋਈ ਰਾਹ ਲੱਭੇ ਜਾਣਗੇ। ਕਾਂਗਰਸ ਦੇ ਵਫਦ ਦੇ ਵਿੱਚੋਂ ਕਾਂਗਰਸੀ ਲੀਡਰ ਪ੍ਰਗਟ ਸਿੰਘ ਨੇ ਕਿਹਾ ਕਿ ਗੱਲ ਰੈਲੀ ਦੀ ਨਹੀਂ, ਗੱਲ ਤਾਂ ਸਿਰਫ ਇਹ ਹੈ ਕਿ ਲੋਕਾਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਅਸੀਂ ਲੈ ਕੇ ਜਾਣਾ ਹੈ, ਲੋਕਾਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ। ਅਸੀਂ ਕਿਸਾਨ ਲੀਡਰਾਂ ਨੂੰ ਕਹਿ ਕੇ ਆਏ ਹਾਂ ਕਿ ਅਸੀਂ ਬਿਲਕੁਲ ਸ਼ਾਂਤੀ ਦੇ ਨਾਲ ਪੰਜਾਬ ਦੇ ਵਿਕਾਸ ਲਈ, ਪੰਜਾਬ ਦੀ ਕਿਸਾਨੀ ਨੂੰ ਸਮਰਪਿਤ ਹੋ ਕੇ ਸਾਰੀਆਂ ਚੀਜ਼ਾਂ ਨੂੰ ਆਉਣ ਵਾਲੇ ਸਮੇਂ 'ਚ ਅੱਗੇ ਲੈ ਕੇ ਜਾਵਾਂਗੇ ਤੇ ਕਿਸਾਨਾਂ ਨੇ ਸਾਡੇ ਨਾਲ ਕਲੀਅਰ ਕੱਟ ਗੱਲ ਕੀਤੀ ਹੈ। ਅਸੀਂ ਨਹੀਂ ਚਾਹੁੰਦੇ ਕਾਂਗਰਸ ਕਰਕੇ ਕਿਸਾਨਾਂ ਨੂੰ, ਕਿਸਾਨੀ ਨੂੰ, ਪੰਜਾਬ ਨੂੰ ਕੋਈ ਢਾਹ ਲੱਗੇ। ਇਸ ਦਰਮਿਆਨ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੀ ਰਹੇ। ਸੋ ਇਹਨਾਂ ਨੇ ਬੜੇ ਹੀ ਤਰੀਕੇ ਦੇ ਨਾਲ ਇਹ ਗੱਲ ਕਹੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਾਣਾ ਹੈ, ਯਾਨੀ ਕਿ ਰੈਲੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਕਹਿ ਰਹੇ ਨੇ ਕਿ ਗੱਲ ਰੈਲੀਆਂ ਦੀ ਨਹੀਂ ਆ, ਮੁੱਦਿਆਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਦੀ ਆ। ਹੁਣ ਇਹ ਤਰੀਕਾ ਹੋਰ ਕੋਈ ਅਪਣਾਇਆ ਜਾਏਗਾ ਜਾਂ ਦੇਖੋ ਕੀ ਬਣਦਾ। ਸਾਡੇ ਨਾਲ ਉਹਨਾਂ ਨੇ ਬੜਾ ਕਲੀਅਰ ਕੱਟ ਗੱਲ ਕੀਤੀ ਆ ਕਿ ਅਸੀਂ ਨਹੀਂ ਚਾਹੁੰਦੇ, ਦੇਖੋ ਕਾਂਗਰਸ ਕਦੀ ਨਹੀਂ ਚਾਹੁੰਦੀ ਵੀ ਅਸੀਂ ਕੋਈ ਵੀ ਇਦਾਂ ਦਾ ਇਸ਼ੂ ਖੜਾ ਕਰੀਏ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋਵੇ, ਪੰਜਾਬ ਦੀ ਆਉਣ ਵਾਲੀ ਆਰਥਿਕਤਾ ਦਾ ਨੁਕਸਾਨ ਹੋਵੇ, ਕਿਉਂਕਿ ਪਿਛਲੇ ਸਮੇਂ 'ਚ ਪੰਜਾਬ ਦੀ ਆਰਥਿਕਤਾ ਨੂੰ ਢਾਹ ਬੜੀ ਲੱਗੀ ਆ ਔਰ ਕਿਸਾਨੀ ਨੂੰ ਖਾਸ ਕਰਕੇ ਬਹੁਤ ਵੱਡੀ ਢਾਹ ਲੱਗੀ ਆ। ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਪੰਜਾਬ ਇਜ਼ ਦਾ ਓਨਲੀ ਇਸ਼ੂ। ਆਮ ਆਦਮੀ ਪਾਰਟੀ ਦੇ ਲੀਡਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅਸੀਂ ਕਿਸਾਨ ਲੀਡਰਾਂ ਨਾਲ ਇੱਕ ਤੌਖਲਾ ਜ਼ਾਹਿਰ ਕੀਤਾ ਕਿ ਪੰਜਾਬ ਵਿੱਚ ਕਿਤੇ ਇਹੋ ਜਿਹਾ ਮਾਹੌਲ ਨਾ ਬਣ ਜਾਵੇ ਕਿ ਗਵਰਨਰੀ ਰਾਜ ਹੀ ਲਾਗੂ ਹੋ ਜਾਵੇ। ਕਈ ਲੋਕ ਇਹ ਚਾਹੁੰਦੇ ਨੇ ਕਿ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲਾਇਆ ਜਾਵੇ, ਗਵਰਨਰੀ ਰਾਜ ਲਾਇਆ ਜਾਵੇ ਤੇ ਇਹਦੀ ਸਿੱਧੀ ਢਾਹ ਕਿਸਾਨੀ ਅੰਦੋਲਨ ਨੂੰ ਲੱਗੇਗੀ। ਪਰ ਅਸੀਂ ਕਿਸਾਨੀ ਅੰਦੋਲਨ ਦਾ ਹਰ ਹੁਕਮ ਮੰਨਾਂਗੇ। ਪਰ ਇਉਂ ਆ ਕਿਤੇ 92 ਵਾਲੀ ਗੱਲ ਨਾ ਹੋਵੇ ਆਪਣੇ ਨਾਲ। ਤੇ ਜਿਨ੍ਹਾਂ ਲੋਕਾਂ ਨੇ ਗੁਟਕਾ ਸਾਹਿਬ ਨੂੰ ਮੱਥੇ ਤੇ ਲਾ ਕੇ ਝੂਠੀ ਸਹੁੰ ਖਾ ਲਈ, ਕੀਤਾ ਕੱਖ ਨਹੀਂ। ਜਿਨ੍ਹਾਂ ਨੇ ਆਪ ਆਰਡੀਨੈਂਸ ਬਣਵਾਏ ਬਾਦਲ ਕਿਆਂ ਨੇ ਤੇ ਹੁਣ ਆ ਕੇ ਇੱਥੇ ਥਾਪੀਆਂ ਮਾਰੀ ਜਾਂਦੇ ਆ, ਕਿਤੇ ਮੁੜ ਕੇ ਇਹ ਫੇਰ ਐਡਵਾਂਟੇਜ ਲੈ ਜਾਣ। ਉਹ ਚੀਜ਼ ਵੱਲ ਧਿਆਨ ਰੱਖਿਓ, ਬਾਕੀ ਅਸੀਂ ਨਾਲ ਆ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਕਿਸਾਨ ਇਸ ਵਕਤ ਸਭ ਤੋਂ ਮਹੱਤਵਪੂਰਨ ਨੇ, ਕਿਸੇ ਵੀ ਤਰ੍ਹਾਂ ਦੀ ਸਿਆਸੀ ਰੈਲੀ ਜਾਂ ਇਕੱਠ ਨਹੀਂ ਹੋਣਾ ਚਾਹੀਦਾ। ਕਹਿੰਦੇ ਮੈਂ ਤਾਂ ਮਿਊਨਿਸਪਲ ਚੋਣਾਂ ਜਦੋਂ ਹੋਈਆਂ ਸੀ ਉਹ ਵੀ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਬੈਂਸ ਨੇ ਇਸ ਮੌਕੇ ਕਿਸਾਨਾਂ ਦੇ ਕੋਲ ਆਪਣਾ ਰੋਸ ਵੀ ਦਰਜ ਕਰਾਇਆ। ਕਹਿੰਦੇ ਮੈਂ ਰਾਜੇਵਾਲ ਨੂੰ ਕਹਿ ਕੇ ਆਇਆ ਕਿ ਤੁਸੀਂ ਸਾਨੂੰ ਮੀਟਿੰਗ ਦੇ ਲਈ ਕਿਉਂ ਨਹੀਂ ਸੱਦਿਆ, ਕਿ ਤੁਸੀਂ ਸਾਨੂੰ ਸਿਆਸੀ ਪਾਰਟੀ ਨਹੀਂ ਗਿਣਦੇ। ਸਾਨੂੰ ਵਿਧਾਨ ਸਭਾ ਦੇ ਅੰਦਰ ਸਕੱਤਰੇਤ ਦੇ ਵੱਲੋਂ ਲੋਕ ਇਨਸਾਫ ਪਾਰਟੀ ਨੂੰ ਵੱਖਰਾ ਦਫ਼ਤਰ ਵੀ ਮਿਲਿਆ ਹੋਇਆ, ਪਰ ਸਾਨੂੰ ਤੁਸੀਂ ਮੀਟਿੰਗ ਦੇ ਵਿੱਚ ਜੇ ਨਹੀਂ ਬੁਲਾਇਆ ਤਾਂ ਕਿਉਂ ਨਹੀਂ ਬੁਲਾਇਆ। ਅਸੀਂ ਕਹਿੰਦੇ ਜ਼ਬਰਦਸਤੀ ਉਹਨਾਂ ਤੋਂ ਸਮਾਂ ਲਿਆ। ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ, ਪਰ ਤੁਸੀਂ ਉਹਨਾਂ ਪਾਰਟੀਆਂ ਨੂੰ ਸੱਦਿਆ ਜਿਨ੍ਹਾਂ ਨੇ ਕਿਹਾ ਸੀ ਕਿ ਸਾਡੇ ਇੱਕ ਇਸ਼ਾਰੇ ਤੇ ਇਹਨਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਣਾ, ਯਾਨੀ ਕਿ ਕਿਸਾਨਾਂ ਨੂੰ। ਕਹਿੰਦੇ ਸਾਨੂੰ ਸੱਦਣ ਤੋਂ ਗੁਰੇਜ਼ ਕਿਉਂ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨ ਲੀਡਰਾਂ ਦੇ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਇਕੱਠੇ ਬੈਠਕ ਕੀਤੀ ਜਾਣੀ ਸੀ, ਪਰ ਇੱਕਦਮ ਸਵੇਰੇ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਹੈ ਜਿਹੜੀ ਵੱਖ-ਵੱਖ ਪੜਾਵਾਂ ਦੇ ਵਿੱਚ ਕਰਵਾਉਣ ਦਾ ਫੈਸਲਾ ਹੋਇਆ। ਪਹਿਲਾਂ ਸਾਰਿਆਂ ਨੂੰ ਇਕੱਠਾ ਸਮਾਂ ਦਿੱਤਾ ਗਿਆ ਸੀ। ਮੈਂ ਰਾਜੇਵਾਲ ਸਾਹਿਬ ਨੂੰ ਕਹਿ ਕੇ ਮੇਰਾ ਪਿਆਰ ਹੈ, ਮੈਂ ਤੁਸੀਂ ਤਾਂ ਮੈਨੂੰ ਸੱਦਦੇ ਹੀ ਨਹੀਂ ਸੀ। ਮੈਂ ਸਾਰਿਆਂ ਨੂੰ ਫੋਨ ਕੀਤੇ ਵੀ ਤੁਸੀਂ ਸਾਨੂੰ ਪੋਲੀਟੀਕਲ ਪਾਰਟੀ ਨਹੀਂ ਗਿਣਦੇ।
ਸਾਨੂੰ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਸਕੱਤਰੇਤ ਵੱਲੋਂ ਲੋਕ ਇਨਸਾਫ ਪਾਰਟੀ ਨੂੰ ਦਫ਼ਤਰ ਮਿਲਿਆ ਹੋਇਆ ਵੀ ਸਾਨੂੰ ਸੱਦਣ ਤੋਂ ਗੁਰੇਜ਼ ਕਿਉਂ ਕਰਦੇ ਹੋ? ਸੱਚਾਈ ਸੁਣਨੀ ਔਖੀ ਆ। ਇਹ ਮੈਨੂੰ ਇਹ ਵੀ ਖਦਸ਼ਾ ਨਾਲ ਇਹ ਵੀ ਦੱਸ ਦਿੰਨਾ, ਇਹ ਪਹਿਲਾਂ ਤਾਂ ਚਾਰੇ ਪਾਰਟੀਆਂ ਦੇ ਲੋਕ ਹੋਣੇ ਸੀ ਇਕੱਠੇ, ਜਿਹੜੇ ਇਹ ਸਾਹਿਬ ਦੇਖਣ ਆਏ ਸੀ, ਹੈਲਦੀ ਡਿਬੇਟ। ਫਿਰ ਜਦੋਂ ਅਸੀਂ ਰੌਲਾ ਰੂਲਾ ਪਾ ਲਿਆ, ਅਸੀਂ ਕਿਹਾ ਵੀ ਗਲਤ ਕਰਨ ਲੱਗੇ ਹੋ, ਵਿੱਚੋਂ ਕਿਸਾਨ ਮੋਰਚੇ ਦੇ ਦੂਸਰੇ ਸਤਿਕਾਰਯੋਗ ਲੀਡਰਾਂ ਨੇ ਕਿਹਾ ਉਹ ਸੱਦੋ ਯਾਰ, ਇਹਨਾਂ ਨੂੰ ਕਿਉਂ ਨਹੀਂ ਸੱਦਦੇ? ਫਿਰ ਇਹ ਕੱਲਾ ਪ੍ਰੋਗਰਾਮ ਇਹ ਅੱਜ ਮਾਰਨਿੰਗ ਹੋਇਆ। ਅੱਜ ਸਵੇਰੇ 10:30 ਵਜੇ ਚਿੱਠੀ ਹੋਰ WhatsApp ਤੇ ਆਈ, ਜਿਹਦੇ ਵਿੱਚ ਸਾਡਾ ਟਾਈਮ 1:45 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਕਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਲੀਡਰਾਂ ਨਾਲ ਬੈਠਕ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਲਿਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਬੈਠਕ ਹੈ ਜਿਹੜੀ ਉਹ ਪੋਜ਼ਿਟਿਵ ਰਹੀ ਹੈ, ਸਕਾਰਾਤਮਕ ਰਹੀ ਹੈ, ਅੱਗੇ ਵਧਣ ਬਾਰੇ ਚਰਚਾ ਹੋਈ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕਿਸਾਨਾਂ ਦੇ ਕਰਨਾਲ ਧਰਨੇ ਦੀ ਗੱਲ ਕਰ ਲਈਏ ਤਾਂ ਕਰਨਾਲ ਦਾ ਜਿਹੜਾ ਪੱਕਾ ਮੋਰਚਾ ਹੈ ਉਹ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਿਹਾ। ਕਰਨਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਕੌਮੀ ਸ਼ਾਹਰਾ 44 ਹੈ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਉਹਦਾ ਰਾਹ ਸਾਫ਼ ਹੈ। ਦਿੱਲੀ ਤੋਂ ਚੰਡੀਗੜ੍ਹ ਆਉਣ ਜਾਣ ਵਾਲਾ ਇਹ ਰਸਤਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਹੁਣ ਕਲੀਅਰ ਹੈ, ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਏਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਧਰਨੇ ਦੇ ਬਾਵਜੂਦ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਰੋਕੀ ਨਹੀਂ ਗਈ ਹੈ। ਵਿਦਿਅਕ ਸੰਸਥਾਵਾਂ ਖੁੱਲੀਆਂ ਨੇ, ਸੜਕਾਂ ਤੇ ਦਫ਼ਤਰ ਨੇ ਜਿਹੜੇ ਉਹ ਵੀ ਚੱਲ ਰਹੇ ਨੇ, ਬਾਜ਼ਾਰ ਵੀ ਨਹੀਂ ਬੰਦ ਹੋਣ ਦਿੱਤੇ ਗਏ ਤੇ ਜਨਤਾ ਨੂੰ ਅਪੀਲ ਕੀਤੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿ ਘਬਰਾਓ ਨਹੀਂ, ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਵਿੱਚ ਸਹਿਯੋਗ ਕਰੋ। ਪ੍ਰਸ਼ਾਸਨ ਆਪਣਾ ਦਾਅਵਾ ਕਰ ਰਿਹਾ ਪਰ ਕਿਸਾਨਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਜਿਹੜਾ ਸਕੱਤਰੇਤ ਹੈ ਅਸੀਂ ਉਹਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਵੀ ਨਹੀਂ ਰੋਕਾਂਗੇ। ਸਕੱਤਰੇਤ ਦੇ ਵਿੱਚ ਮੁਲਾਜ਼ਮ ਬਿਨਾਂ ਕਿਸੇ ਰੋਕ ਟੋਕ ਦੇ ਆ ਸਕਦੇ ਨੇ, ਉਹਨਾਂ ਦਾ ਰਾਹ ਅਸੀਂ ਨਹੀਂ ਰੋਕਾਂਗੇ। ਸਕੱਤਰੇਤ ਨੂੰ ਅਸੀਂ ਜ਼ਰੂਰ ਘੇਰਾ ਪਾਇਆ ਹੋਇਆ ਪਰ ਮੁਲਾਜ਼ਮਾਂ ਨੂੰ ਅਸੀਂ ਪਰੇਸ਼ਾਨ ਨਹੀਂ ਹੋਣ ਦੇਵਾਂਗੇ। ਤੇ ਸ਼ਹਿਰ ਦੇ ਵਿੱਚ ਜੇ ਲੋਕਾਂ ਦੀ ਜਿਹੜੀ ਹੈਗੀ ਹੈ ਲੋਕਾਂ ਦਾ ਰੁਖ ਦੇਖੀਏ ਤਾਂ ਲੋਕ ਕਿਸਾਨਾਂ ਦੇ ਲਈ ਇੱਥੇ ਲੰਗਰ ਪ੍ਰਸ਼ਾਦਾ ਜਿਹੜਾ ਉਹ ਵਰਤਾ ਰਹੇ ਨੇ। ਕੋਈ ਕਿਸੇ ਤਰੀਕੇ ਦੇ ਨਾਲ ਮਦਦ ਕਰ ਰਿਹਾ ਹੈ, ਕੋਈ ਕਿਸੇ ਤਰੀਕੇ ਦੇ ਨਾਲ ਮਦਦ ਕਰ ਰਿਹਾ ਹੈ। ਇਸ ਦਰਮਿਆਨ ਕਰਨਾਲ ਪ੍ਰਸ਼ਾਸਨ ਨੇ ਇਹ ਵੀ ਜਿਹੜਾ ਦਾਅਵਾ ਕੀਤਾ ਹੈ ਕਿ ਅਸੀਂ ਅੰਦੋਲਨਕਾਰੀ ਜਿਹੜੇ ਹੈਗੇ ਨੇ, ਕਿਸਾਨ ਹੈਗੇ ਨੇ ਤੇ ਸੁਰੱਖਿਆ ਕਰਮੀ ਜਿਹੜੀ ਪੁਲਿਸ ਫੋਰਸ ਉੱਥੇ ਤਾਇਨਾਤ ਕੀਤੀ ਗਈ ਹੈ, ਉਹਨਾਂ ਦੀ ਸਾਂਭ ਸੰਭਾਲ ਦੇ ਲਈ ਅਸੀਂ ਜਿਹੜੇ ਹੈਗੇ ਨੇ ਸਹਾਇਤਾ ਕੇਂਦਰ ਸਥਾਪਿਤ ਕੀਤੇ ਨੇ। ਇਹ ਉਹਨਾਂ ਨੇ ਦਾਅਵਾ ਕੀਤਾ ਹੈ। ਇੱਥੇ ਜਿਹੜੇ ਹੈਗੇ ਨੇ ਮੈਡੀਕਲ ਕੈਂਪ ਨੇ ਉਹ ਲਾਏ ਗਏ ਨੇ ਪ੍ਰਸ਼ਾਸਨ ਦੇ ਵੱਲੋਂ। ਇਹ ਬੜੀ ਜਿਹੜੀ ਦਿਲਚਸਪ ਗੱਲ ਹੈ ਕਿ ਕਹਿੰਦੇ ਨੇ ਕਿ ਅਸੀਂ ਧਰਨਾਕਾਰੀਆਂ ਦੇ ਲਈ ਵੀ ਜਿਹੜਾ ਇਹ ਮਦਦ ਜਾਰੀ ਕੀਤੀ ਹੈ। ਪੰਜਾਬ ਦੇ ਵਿੱਚ ਨਵੇਂ ਐਲਾਨ ਜਾਰੀ ਕਰ ਦਿੱਤੇ ਗਏ ਨੇ, ਨਵੇਂ ਦਿਸ਼ਾ ਨਿਰਦੇਸ਼, ਨਵੀਆਂ ਪਾਬੰਦੀਆਂ ਦਾ ਹੁਕਮ ਹੈ ਜਿਹੜਾ ਉਹ ਕਪਤਾਨ ਸਾਹਿਬ ਨੇ ਦੇ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਕੀਤੀ। ਕੋਵਿਡ ਦੇ ਹਾਲਾਤਾਂ ਨੂੰ ਲੈ ਕੇ 30 ਸਤੰਬਰ ਤੱਕ ਕੋਵਿਡ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਨੇ। ਸਾਰੇ ਸਿਆਸੀ ਅਤੇ ਹੋਰ ਇਕੱਠਾਂ ਦੇ ਵਿੱਚ 300 ਜਣਿਆਂ ਤੋਂ ਵੱਧ ਬੰਦੇ ਦਾਖਲ ਨਹੀਂ ਹੋ ਸਕਦੇ, ਸ਼ਾਮਲ ਨਹੀਂ ਹੋ ਸਕਦੇ। ਹਰ ਇਕੱਠ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕ ਇਹ ਵੀ ਯਕੀਨੀ ਬਣਾਉਣ ਕਿ ਇਕੱਠ ਦੇ ਵਿੱਚ ਸ਼ਾਮਿਲ ਹੋਣ ਵਾਲਾ ਕੋਈ ਵੀ ਵਿਅਕਤੀ ਜਾਂ ਫਿਰ ਕੋਈ ਵੀ ਸਟਾਫ ਜਿਹੜਾ ਸ਼ਾਮਿਲ ਹੋ ਰਿਹਾ ਹੈ ਉਸ ਦੇ ਟੀਕੇ ਦੀ ਪਹਿਲੀ ਡੋਜ਼ ਜ਼ਰੂਰ ਲੱਗੀ ਹੋਵੇ। ਡੀਜੀਪੀ ਪੰਜਾਬ ਨੂੰ ਹਰ ਕਿਸੇ ਦੇ ਮਾਸਕ, ਸਮਾਜਿਕ ਦੂਰੀ ਆਦਿ ਦੇ ਨਿਯਮ ਯਕੀਨੀ ਬਣਾਏ ਰੱਖਣ ਦੇ ਹੁਕਮ ਦਿੱਤੇ ਗਏ ਨੇ ਤੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਚੀਫ ਸਕੱਤਰ ਨੇ ਜਿਹੜੇ ਵਿਨੀ ਮਹਾਜਨ ਉਹਨਾਂ ਨੂੰ ਪੰਜਾਬ ਪੁਲਿਸ ਦੇ ਨਾਲ ਮਿਲ ਜੁਲ ਕੇ ਚੱਲਣ ਦੇ ਲਈ ਕਿਹਾ ਗਿਆ ਹੈ। ਰੈਸਟੋਰੈਂਟ ਤੇ ਵਿਆਹ ਜਿਹੜੇ ਪੈਲੇਸ ਹੁੰਦੇ ਨੇ, ਮੈਰਿਜ ਪੈਲੇਸ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਹਦਾਇਤਾਂ ਦੀ ਪਾਲਣਾ ਹੋਵੇ ਯਕੀਨੀ ਬਣਾਉਣ ਲਈ ਕਿਹਾ ਗਿਆ। ਤੇ ਨਾਲ ਹੀ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਪੰਜਾਬ ਪਹਿਲਾ ਸੂਬਾ ਬਣੇਗਾ ਜਿਹੜਾ ਕੋਵਿਡ ਪਾਬੰਦੀਆਂ ਤੋਂ ਬਾਅਦ ਆਂਗਣਵਾੜੀ ਸੈਂਟਰਾਂ ਨੂੰ ਖੋਲਣ ਜਾ ਰਿਹਾ ਹੈ। ਇਸੇ ਮਹੀਨੇ ਵਿਭਾਗ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੇ ਨਾਲ ਆਂਗਣਵਾੜੀ ਸੈਂਟਰ ਖੋਲਣ ਦਾ ਹੁਕਮ ਦੇ ਦਿੱਤਾ ਗਿਆ। ਸਟਾਫ ਦੀ ਵੈਕਸੀਨੇਸ਼ਨ ਤੇ ਹੋਰ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਇੱਕ ਹੋਰ ਵੱਡਾ ਜਿਹੜਾ ਹੁਕਮ ਉਹ ਸਰਕਾਰੀ ਕਰਮਚਾਰੀਆਂ ਦੇ ਲਈ ਜਾਰੀ ਕੀਤਾ ਗਿਆ ਹੈ ਕਿ 15 ਸਤੰਬਰ ਤੱਕ ਸਾਰੇ ਸਰਕਾਰੀ ਕਰਮਚਾਰੀ ਟੀਕਾ ਲਗਵਾ ਲੈਣ, ਨਹੀਂ ਤਾਂ ਪਹਿਲੀ ਵੈਕਸੀਨ ਜਿਨ੍ਹਾਂ ਦੇ ਨਹੀਂ ਲੱਗੀ ਉਹ ਕਰਮਚਾਰੀ 15 ਸਤੰਬਰ ਤੋਂ ਬਾਅਦ ਛੁੱਟੀ ਤੇ ਭੇਜ ਦਿੱਤੇ ਜਾਣਗੇ। ਸਰਕਾਰੀ ਕਰਮਚਾਰੀਆਂ ਤੱਕ ਕਹਿੰਦੇ ਟੀਕਾ ਪਹੁੰਚਾਉਣ ਦੇ ਖਾਸ ਯਤਨ ਕੀਤੇ ਗਏ ਨੇ। ਇਸ ਦੇ ਬਾਵਜੂਦ ਵੀ ਜੇ ਟੀਕਾ ਲਗਵਾਉਣ ਤੋਂ ਬਚ ਰਹੇ ਨੇ ਤਾਂ ਛੁੱਟੀ ਤੇ ਭੇਜ ਦਿਓ। ਕੈਪਟਨ ਅਮਰਿੰਦਰ ਸਿੰਘ ਨੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਵੀ ਹਫ਼ਤਾਵਾਰੀ RT-PCR ਨੈਗੇਟਿਵ ਟੈਸਟ ਰਿਪੋਰਟਾਂ ਦੇ ਨਾਲ ਡਿਊਟੀ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲੈਣ ਲਈ ਕਿਹਾ ਹੈ। ਹਾਲਾਂਕਿ ਜਿਹੜੇ ਸਹਿ ਰੋਗਾਂ ਵਾਲੇ ਸਾਰੇ ਲੋਕ ਨੇ ਉਹਨਾਂ ਨੂੰ ਉਦੋਂ ਹੀ ਆਗਿਆ ਦਿੱਤੀ ਜਾਏਗੀ ਜਦੋਂ ਉਹਨਾਂ ਨੇ ਉਹ ਫੁੱਲੀ ਵੈਕਸੀਨੇਟਡ ਹੋਣਗੇ, ਯਾਨੀ ਕਿ ਦੋਵੇਂ ਡੋਜ਼ਸ ਲਈਆਂ ਹੋਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ, ਬੱਚਿਆਂ ਦੇ ਮਾਪਿਆਂ, ਵਿਕਰੇਤਾਵਾਂ, ਕਿਸੇ ਵੀ ਤਰ੍ਹਾਂ ਦੇ ਵਪਾਰੀਆਂ, ਭੋਜਨ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਤੇ ਢਾਬਿਆਂ ਦੇ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਤੇ ਵੈਕਸੀਨ ਲਾਈ ਜਾਵੇ। ਸਿਹਤ ਮਾਮਲਿਆਂ ਤੇ ਨੀਤੀ ਆਯੋਗ ਦੇ ਮੈਂਬਰ ਡਾਕਟਰ VK ਪੌਲ ਨੇ ਵੀ ਕੋਰੋਨਾ ਦੇ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਦਿੱਤੀ ਹੈ ਕਿ ਸਕੂਲਾਂ ਨੂੰ ਮੁੜ ਖੋਲਣ ਦੇ ਲਈ ਬੱਚਿਆਂ ਦੇ ਟੀਕਾਕਰਨ ਦੀ ਸ਼ਰਤ ਨਹੀਂ ਰੱਖੀ ਗਈ ਹੈ, ਕੋਈ ਇਹਦੀ ਲੋੜ ਵੀ ਨਹੀਂ ਹੈ। ਉਹਨਾਂ ਕਿਹਾ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਅਜਿਹਾ ਕੋਈ ਮਾਪਦੰਡ ਨਹੀਂ ਰੱਖਿਆ ਗਿਆ, ਨਾ ਹੀ ਕੋਈ ਡਾਕਟਰ ਜਾਂ ਵਿਗਿਆਨੀ ਸੰਸਥਾ ਨੇ ਇਸ ਦੀ ਵਕਾਲਤ ਕੀਤੀ ਹੈ, ਯਾਨੀ ਕਿ ਇਸ ਦੀ ਲੋੜ ਨਹੀਂ ਹੈ। ਉਹਨਾਂ ਇਹ ਕਿਹਾ ਕਿ ਬੱਚਿਆਂ ਦੇ ਲਈ ਟੀਕਾਕਰਨ ਲਈ WHO ਨੇ ਵੀ ਕੋਈ ਸਿਫਾਰਿਸ਼ ਨਹੀਂ ਕੀਤੀ ਹੈ, ਪਰ ਸਕੂਲਾਂ ਨੂੰ ਖੋਲਣ ਦੇ ਲਈ ਸਕੂਲ ਦੇ ਵਿੱਚ ਜਿਹੜੇ ਪੜ੍ਹਾਉਣ ਵਾਲੇ ਅਧਿਆਪਕ, ਟੀਚਿੰਗ, ਨਾਨ ਟੀਚਿੰਗ ਸਟਾਫ ਦਾ ਟੀਕਾਕਰਨ ਜ਼ਰੂਰ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸੁਰੱਖਿਆ ਜ਼ਰੂਰੀ ਹੈ, ਪਰ ਬੱਚਿਆਂ ਦੇ ਲਈ ਟੀਕਾ ਜ਼ਰੂਰੀ ਨਹੀਂ ਹੈ। PRTC, ਰੋਡਵੇਜ਼ ਅਤੇ ਪਨਬਸ ਮੁਲਾਜ਼ਮਾਂ ਦੀ ਜਿਹੜੀ ਲਗਾਤਾਰ ਜਾਰੀ ਹੜਤਾਲ ਹੈ, ਉਹ ਸ਼ੁੱਕਰਵਾਰ ਨੂੰ 5ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਤੇ ਸ਼ੁੱਕਰਵਾਰ ਨੂੰ ਇਹਨਾਂ ਮੁਲਾਜ਼ਮਾਂ ਨੇ ਕੈਪਟਨ ਸਾਹਿਬ ਦਾ ਸਿਸਵਾ ਫਾਰਮ ਹਾਊਸ ਘੇਰ ਲਿਆ ਤੇ ਜਦੋਂ ਫਾਰਮ ਹਾਊਸ ਘੇਰ ਲਿਆ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਤੁਰੰਤ ਇਹਨਾਂ ਮੁਲਾਜ਼ਮਾਂ ਦੇ ਨਾਲ ਬੈਠਕ ਸੱਦ ਲਈ। ਸਿਸਵਾ ਵਿੱਚ ਲਾਇਆ ਧਰਨਾ ਤਾਂ ਇਹ ਬੱਸ ਮੁਲਾਜ਼ਮ ਚੱਕ ਦੇਣਗੇ, ਪਰ ਪੂਰੇ ਪੰਜਾਬ ਦੇ ਵਿੱਚ ਬੱਸਾਂ ਦੀ ਹੜਤਾਲ ਹਾਲੇ ਵੀ ਜਾਰੀ ਰਹੇਗੀ ਕਿਉਂਕਿ ਗੱਲਬਾਤ ਦਾ ਹਾਲੇ ਸੱਦਾ ਆਇਆ। ਸਰਕਾਰ ਨੇ ਸੱਦਾ ਖਰੜ ਦੇ SDM ਰਾਹੀਂ ਲਿਖਤੀ ਚਿੱਠੀ ਦੇ ਰੂਪ 'ਚ ਭੇਜਿਆ ਹੈ, ਜਿਹਦੇ ਵਿੱਚ 14 ਸਤੰਬਰ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਕਮਰਾ ਨੰਬਰ 15 ਦੂਜੀ ਮੰਜ਼ਿਲ ਮੁੱਖ ਮੰਤਰੀ ਦਫ਼ਤਰ ਵਿੱਚ ਮੀਟਿੰਗ ਦੇ ਵਿੱਚ ਪਹੁੰਚਣ ਲਈ ਇਹਨਾਂ ਨੂੰ ਕਿਹਾ ਗਿਆ ਹੈ। ਚਿੱਠੀ ਮੁਤਾਬਿਕ ਕੈਪਟਨ ਸੰਦੀਪ ਸਿੰਘ ਸੰਧੂ ਨੇ ਜਿਹੜੇ ਉਹ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਥੇਬੰਦੀ ਦੇ ਲੀਡਰਾਂ ਨੂੰ ਮਿਲਾਉਣਗੇ। ਜਥੇਬੰਦੀ ਨੇ ਚਿੱਠੀ ਮਿਲਣ ਤੋਂ ਬਾਅਦ ਵੀ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਹਨਾਂ ਨੇ ਦੱਸਿਆ ਕਿ 11 ਸਤੰਬਰ ਨੂੰ ਡਿਪੂਆਂ ਦੇ ਵਿੱਚ ਧਰਨੇ, 12 ਸਤੰਬਰ ਨੂੰ ਵਿਧਾਇਕਾਂ, ਵਜ਼ੀਰਾਂ, ਸੰਸਦੀ ਮੈਂਬਰਾਂ ਦੇ ਘਰਾਂ ਦੇ ਮੂਹਰੇ 2 ਘੰਟਿਆਂ ਦੇ ਲਈ ਸ਼ਾਂਤਮਈ ਧਰਨੇ ਦਿੱਤੇ ਜਾਣਗੇ ਤੇ 13 ਦਸੰਬਰ ਨੂੰ ਹਰ ਡਿਪੂ ਵਾਲੇ ਸ਼ਹਿਰ ਦੇ ਵਿੱਚ ਢੋਲ ਮਾਰਚ ਕੱਢੇ ਜਾਣਗੇ। ਜਥੇਬੰਦੀ ਦੇ ਵੱਲੋਂ 14 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਮੀਟਿੰਗ 'ਚ ਜਾਣ ਦਾ ਫੈਸਲਾ ਲਿਆ ਗਿਆ ਹੈ। ਮੀਟਿੰਗ ਦਾ ਸੱਦਾ ਕਬੂਲ ਕਰ ਲਿਆ ਹੈ। ਸੋ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਅੜੇ ਬੱਸ ਕਰਮਚਾਰੀਆਂ ਨੇ ਲਗਾਤਾਰ 5ਵੇਂ ਦਿਨ ਵੀ ਸੂਬਾ ਭਰ ਦੇ ਵਿੱਚ ਬੱਸਾਂ ਬੰਦ ਕਰਨ ਦਾ ਆਪਣਾ ਫੈਸਲਾ ਕਾਇਮ ਰੱਖਿਆ। ਪੰਜਾਬ ਸਰਕਾਰ ਦੇ ਨਾਲ ਮੁੜ ਕੋਈ ਗੱਲਬਾਤ ਨਾ ਹੋਣ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਵੱਲ ਜਾਂਦੇ ਰਾਹ ਬੰਦ ਕਰਕੇ ਧਰਨਾ ਲਾ ਦਿੱਤਾ ਸੀ। ਸੋ ਸਿਸਵਾ ਫਾਰਮ ਵਾਲਾ ਜਿਹੜਾ ਧਰਨਾ ਹੈ ਉਹ ਕਦੋਂ ਚੁੱਕਿਆ ਜਾਣਾ ਹੈ ਜਾਂ ਨਹੀਂ ਚੁੱਕਿਆ ਜਾਣਾ, ਇਸ ਬਾਰੇ ਹਾਲੇ ਕੋਈ ਵੀ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ। ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਤੇ ਤਾਜ਼ਾ ਖਬਰ ਇਹ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ MP ਭਗਵੰਤ ਮਾਨ ਦੀ ਹਾਲੇ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਨਹੀਂ ਹੋ ਸਕੀ। ਭਗਵੰਤ ਮਾਨ ਨੇ 1-2 ਦਿਨਾਂ ਤੋਂ ਦਿੱਲੀ ਡੇਰਾ ਲਾਇਆ ਹੋਇਆ ਹੈ ਹਾਈ ਕਮਾਂਡ ਦੇ ਨਾਲ ਬੈਠਕ ਕਰਨ ਦੇ ਲਈ। ਜਾਣਕਾਰੀ ਮਿਲ ਰਹੀ ਸੀ ਕਿ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਦੇ ਲਈ ਬੁਲਾ ਲਿਆ, ਪਰ ਘੰਟਾ ਵੇਟ ਕਰਾ ਕੇ ਉਡੀਕ ਕਰਾ ਕੇ ਭਗਵੰਤ ਮਾਨ ਨੂੰ ਉਸੇ ਤਰ੍ਹਾਂ ਬੇਰੰਗ ਮੋੜ ਦਿੱਤਾ ਗਿਆ ਹੈ। ਤੇ ਇਹ ਵੀ ਸਾਡੇ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਹਾਈ ਕਮਾਂਡ ਨੇ ਇਹ ਕਹਿ ਕੇ ਵੀ ਝਾੜ ਪਾਈ ਹੈ ਕਿ ਅੱਜ ਤਾਂ ਤੁਹਾਨੂੰ ਕਿਸਾਨਾਂ ਦੇ ਨਾਲ ਬੈਠਕ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ ਤੇ ਤੁਸੀਂ ਦਿੱਲੀ ਆ ਕੇ ਡੇਰਾ ਲਾ ਰੱਖਿਆ। ਇਹ ਜਿਹੜਾ ਅਸੀਂ ਵੀ ਸਵਾਲ ਚੁੱਕੇ ਸੀ ਕਿ ਭਗਵੰਤ ਮਾਨ ਨੂੰ ਸ਼ਾਇਦ ਇਸ ਦਾ ਸਿਆਸੀ ਲਾਹਾ ਕਾਫੀ ਮਿਲ ਸਕਦਾ ਸੀ ਜੇ ਉਹ ਕਿਸਾਨਾਂ ਦੇ ਨਾਲ ਬੈਠਕ ਦੇ ਵਿੱਚ ਸ਼ਾਮਿਲ ਹੁੰਦੇ। ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਦੇ ਅੰਦਰ ਜਿਹੜਾ ਕਲੇਸ਼ ਚੱਲ ਰਿਹਾ ਹੈ CM ਦੇ ਚਿਹਰੇ ਦੀ ਉਮੀਦਵਾਰੀ ਦਾ, ਉਹ ਖਤਮ ਹੋਊਗਾ, ਕਿਵੇਂ ਖਤਮ ਹੋਊਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਬੈਠਕ ਕੇਜਰੀਵਾਲ ਦੇ ਨਾਲ ਕਦੋਂ ਹੋਊਗੀ ਜਾਂ ਨਹੀਂ ਹੋਊਗੀ, ਇਸ ਬਾਰੇ ਵੀ ਹਲੇ ਸਸਪੈਂਸ ਹੀ ਬਣਿਆ ਹੋਇਆ। ਦਿੱਲੀ ਪੁਲਿਸ ਨੇ DSGMC ਦੇ ਕੁਝ ਮੈਂਬਰਾਂ ਦੇ ਖਿਲਾਫ FIR ਦਰਜ ਕੀਤੀ ਹੈ। ਗੁਰਦੁਆਰਾ ਚੋਣ ਕਮਿਸ਼ਨ ਦੇ ਡਾਇਰੈਕਟਰ ਨਰਿੰਦਰ ਸਿੰਘ ਤੇ ਹਮਲਾ ਕਰਨ ਦੇ ਦੋਸ਼ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। FIR ਜਾਂ ਕਹਿ ਲਈਏ ਕਿ ਮੁਕੱਦਮਾ ਨੰਬਰ 263 ਹੈ, ਜਿਹਦੇ ਵਿੱਚ ਧਾਰਾਵਾਂ 186, 353, 506, 188 ਤੇ 34 ਲਾਈਆਂ ਗਈਆਂ ਨੇ। ਅਰੈਸਟ ਵਾਰੰਟ ਨੇ ਜਿਹੜੇ ਇਹਨਾਂ ਲੀਡਰਾਂ ਦੇ ਖਿਲਾਫ ਜਾਰੀ ਕਰ ਦਿੱਤੇ ਗਏ ਨੇ। ਵੱਡੇ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਆਤਮਾ ਸਿੰਘ ਲੁਬਾਣਾ ਸਮੇਤ ਕਈਆਂ ਦੇ ਖਿਲਾਫ ਜਿਹੜਾ ਹੈਗਾ ਇਹ ਦੋਸ਼ ਲੱਗੇ ਨੇ। ਵੀਰਵਾਰ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਗੁਰਦੁਆਰਾ ਚੋਣ ਕਮਿਸ਼ਨ ਦੇ ਡਾਇਰੈਕਟਰ ਦੇ ਦਫ਼ਤਰ ਵਿੱਚ ਜਿਹੜਾ ਰੌਲਾ ਰੱਪਾ ਪੈਂਦਾ ਦਿਖਾਇਆ ਗਿਆ ਸੀ ਤੇ ਜਦੋਂ ਡਾਇਰੈਕਟਰ ਬਾਹਰ ਆਏ ਸੀ ਤਾਂ ਉਹਨਾਂ ਦੇ ਨਾਲ ਕਾਫੀ ਧੱਕਾ ਮੁੱਕੀ ਹੋਈ ਸੀ, ਜੁੱਤਾ ਸੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਗੱਡੀ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਦਿੱਲੀ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਈ, ਬਚਾ ਕੇ ਕਾਰ ਵਿੱਚ ਬਿਠਾਉਣ ਤੇ ਕਾਮਯਾਬ ਹੋ ਗਈ ਸੀ। ਤੇ ਜਿਹੜੀ ਇਹਦੇ ਵਿੱਚ ਧਾਰਾ 506 ਲਾਈ ਗਈ ਹੈ IPC ਦੀ ਧਾਰਾ 506 ਦੇ ਮੁਤਾਬਿਕ ਜੇ ਤੁਸੀਂ ਦੋਸ਼ੀ ਸਿੱਧ ਹੋ ਜਾਂਦੇ ਹੋ ਤਾਂ ਤੁਹਾਨੂੰ ਮੌਤ ਦੀ ਸਜ਼ਾ ਜਾਂ ਫਿਰ ਜਿਹੜਾ ਹੈਗਾ ਪੂਰੀ ਉਮਰ ਕੈਦ ਦੀ ਸਜ਼ਾ ਮਿਲ ਸਕਦੀ ਹੈ ਜਾਂ ਫਿਰ 7 ਸਾਲ ਤੁਹਾਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ, ਜੁਰਮਾਨਾ ਵੀ ਲਾਇਆ ਜਾ ਸਕਦਾ ਹੈ ਤੇ ਜ਼ਮਾਨਤ ਹੈ ਜਿਹੜੀ ਉਹ ਅਦਾਲਤ ਤੋਂ ਹੀ ਮਿਲ ਸਕਦੀ ਹੈ। ਤੇ ਹੁਣ ਇਹਨਾਂ ਲੀਡਰਾਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਪਰਚੇ ਹੋਏ ਨੇ ਇਹਨਾਂ ਦੇ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਤੇ ਦਿੱਲੀ ਪੁਲਿਸ ਲੱਭ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ
ਬਾਦਲ ਦਲ ਦੇ ਮੈਂਬਰਾਂ ਦੇ ਵੱਲੋਂ ਸਿੰਘ ਸਭਾਵਾਂ ਦੀ ਲਿਸਟ ਵਿੱਚ ਕਮੀਆਂ ਹੋਣ ਬਾਰੇ ਹਰਵਿੰਦਰ ਸਿੰਘ ਸਰਨਾ ਦੇ ਇਤਰਾਜ਼ ਤੋਂ ਬਾਅਦ ਆਪਣੇ ਵਕੀਲਾਂ ਤੋਂ ਕਾਨੂੰਨੀ ਰਾਏ ਲੈਣ ਤੋਂ ਬਾਅਦ ਡਾਇਰੈਕਟਰ ਨੇ ਸਿੰਘ ਸਭਾਵਾਂ ਦੀ ਲਾਟਰੀ ਕੱਢੇ ਜਾਣ ਨੂੰ ਮੁਲਤਵੀ ਕਰਕੇ ਲਿਸਟ ਦਰੁਸਤ ਕਰਕੇ ਚੋਣ ਕਰਵਾਉਣ ਦਾ ਐਲਾਨ ਕੀਤਾ ਤਾਂ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਗਈਆਂ ਤੇ ਇੱਕ ਮੈਂਬਰ ਨੇ ਜੁੱਤਾ ਵੀ ਸੁੱਟਿਆ। ਇਸ ਕਾਰਵਾਈ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ DSCMC ਦੇ ਸਾਬਕਾ ਪ੍ਰਧਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਨਾਲ ਹਰਮੀਤ ਸਿੰਘ ਕਾਲਕਾ ਵੀ ਬੈਠੇ ਸੀ ਅਤੇ ਫਿਰ ਵੀ ਧਮਕੀ ਭਰੀਆਂ ਗੱਲਾਂ ਹੀ ਕੀਤੀਆਂ ਗਈਆਂ। ਕਹਿੰਦੇ ਗੁਰਦੁਆਰਾ ਚੋਣ ਕਮਿਸ਼ਨ ਦੇ ਜਿਹੜੇ ਡਾਇਰੈਕਟਰ ਨਰਿੰਦਰ ਸਿੰਘ ਉਹਨਾਂ ਨੇ ਸਾਡੇ ਮੈਂਬਰਾਂ ਨੂੰ ਕਿਹਾ ਸੀ ਕਿ ਤੁਹਾਡੀ ਇੱਜ਼ਤ ਨਹੀਂ ਰਹਿਣ ਦੇਣੀ, ਤੁਹਾਨੂੰ ਜੁੱਤੀਆਂ ਪੈਣਗੀਆਂ। ਨਰਿੰਦਰ ਸਿੰਘ ਨੇ ਸਾਡੇ ਮੈਂਬਰ ਨੂੰ ਪਰਮਜੀਤ ਸਿੰਘ ਸਰਨਾ ਦਾ ਸਾਥ ਦੇਣ ਲਈ 2 ਕਰੋੜ ਰੁਪਏ ਦੀ ਆਫਰ ਕੀਤੀ। ਸਾਨੂੰ ਪੁਲਿਸ ਦੇ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹੋ ਜਿਹੇ ਲੋਕ ਜਿਨ੍ਹਾਂ ਦਾ ਕਿਰਦਾਰ ਨਾ ਹੋਵੇ ਉਹ ਲੋਕ ਮਾਇਆ ਨੂੰ ਵੇਖ ਕੇ ਜੱਫਾ ਪਾ ਲੈਂਦੇ ਨੇ। ਕਹਿੰਦੇ ਡਾਇਰੈਕਟਰ ਨੇ ਸਾਡੇ ਨਾਲ ਮਾੜਾ ਵਤੀਰਾ ਕੀਤਾ ਹੈ, ਅਸੀਂ ਉਹਨਾਂ ਨੂੰ ਜਿੱਥੋਂ ਤੱਕ ਲਿਜਾਣਾ ਪਿਆ ਉੱਥੋਂ ਤੱਕ ਲੈ ਕੇ ਜਾਵਾਂਗੇ। ਡਾਇਰੈਕਟਰ ਦੀ ਨੌਕਰੀ ਹੈ ਜਿਹੜੀ ਉਹ ਵੀ ਜਾਏਗੀ ਤੇ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਏਗਾ। ਅਗਲੀਆਂ ਚੋਣਾਂ ਵਿੱਚ ਅਸੀਂ 40 ਮੈਂਬਰਾਂ ਦੇ ਨਾਲ ਕਮੇਟੀ ਬਣਾਵਾਂਗੇ, ਇਹ ਵੀ ਦਾਅਵਾ ਕੀਤਾ ਸਿਰਸਾ ਨੇ। ਇਹਨਾਂ ਦੇ ਕੋਲ ਚਾਹ ਸੀਗੀ ਸਾਹਮਣੇ ਜਿਹੜੀ ਪਈ ਸੀ, ਇਹਨਾਂ ਨੇ ਉਸ ਕੱਪ ਨੂੰ ਹੱਥ ਮਾਰ ਕੇ ਬਾਹਰ ਸੁੱਟਿਆ। ਜੋ ਇਹਨਾਂ ਨੇ ਕਿਹਾ ਅਲਫਾਜ਼ ਬਾਅਦ 'ਚ ਆਪ ਹੀ ਦੱਸਣਗੇ। ਔਰ ਉਸ ਤੋਂ ਬਾਅਦ ਕੱਲ ਫੇਰ ਇਹਨਾਂ ਨੂੰ ਆਫਰ ਕੀਤੇ ਪੈਸੇ ਔਰ ਨਾਲ ਇਹ ਵੀ ਕਿਹਾ ਕਿ ਜੇਕਰ ਜਦੋਂ ਨੂੰ ਆਫਰ ਕੀਤੇ ਇਹਨਾਂ ਨੇ ਫਿਰ ਉਹਨੂੰ ਮਨਾ ਕਰਨ ਤੋਂ ਬਾਅਦ ਕਹਿੰਦਾ ਏ ਕਿ ਮੈਂ ਤੇਰੇ ਮੈਂਬਰਸ਼ਿਪ ਜਿਹੜੀ ਇਹਨੂੰ ਖਾਰਜ ਕਰ ਸਕਦਾ, ਮੇਰੇ ਕੋਲ ਪਾਵਰ ਆ, ਤੇਰੀ ਮੈਂਬਰਸ਼ਿਪ ਰਹੂਗੀ ਨਹੀਂ। ਔਰ ਬਾਹਰ ਜਾਣ ਲੱਗਿਆ ਸ਼ਾਮ ਨੂੰ 5 ਵਜੇ ਇਹਨਾਂ ਨੂੰ ਗਾਲਾਂ ਕੱਢਦਾ ਗਿਆ ਏ ਔਰ ਕਹਿੰਦਾ ਪੈਸੇ ਤੇ ਤੈਨੂੰ ਮਿਲੇ ਨਹੀਂ, ਇੱਜ਼ਤ ਤੇਰੀ ਰਹਿਣ ਨਹੀਂ ਦੇਣੀ, ਤੈਨੂੰ ਹੁਣ ਮਾਫ ਕਰਨਾ, ਮੈਨੂੰ ਅਲਫਾਜ਼ ਬੋਲਣਾ ਹੀ ਚਾਹੀਦਾ। ਇੱਥੋਂ ਤੱਕ ਘਟੀਆ ਅਲਫਾਜ਼ ਬੋਲਿਆ ਏ, ਕਹਿੰਦਾ ਜੁੱਤੀਆਂ ਪੈਣਗੀਆਂ। ਸਾਡੇ ਮੈਂਬਰ ਨੂੰ ਕਹਿ ਰਿਹਾ, ਸਾਡੇ ਸਤਿਕਾਰਯੋਗ ਮੈਂਬਰ ਦੇ ਪ੍ਰਤੀ ਇਹੋ ਜਿਹੇ ਘਟੀਆ ਅਲਫਾਜ਼ਾਂ ਦਾ ਇਸਤੇਮਾਲ ਕੀਤਾ ਹੈ ਕੱਲ ਇਸ ਘਟੀਆ ਡਾਇਰੈਕਟਰ ਨੇ। ਨਰਿੰਦਰ ਸਿੰਘ ਨੇ ਇਸੇ ਤਰ੍ਹਾਂ ਸਾਡੇ ਇੱਕ ਦੂਜੇ ਮੈਂਬਰ ਨੇ ਸਰਦਾਰ ਰਮਿੰਦਰ ਸਿੰਘ ਸਵੀਟਾ, ਉਹਨਾਂ ਨੂੰ ਵੀ 2 ਕਰੋੜ ਰੁਪਏ ਆਫਰ ਕੀਤਾ ਕਿ ਹੋਰ ਵੀ ਜਿਹੜਾ ਤੁਹਾਡਾ ਮੈਂਬਰ ਉਹਨੂੰ ਕੋਈ ਸਾਥ ਦੇ ਦੇ ਤੇ ਤੁਸੀਂ ਪਰਮਜੀਤ ਸਿੰਘ ਸਰਨਾ ਦਾ ਸਾਥ ਦਿਓ, ਤੁਹਾਨੂੰ 2 ਕਰੋੜ ਰੁਪਏ ਦਿੱਤਾ ਜਾਊਗਾ। ਇਸ ਦੇ ਨਾਲ ਹੀ ਬਦਰਪੁਰ ਦਾ SHO ਜਿਹੜਾ ਹੈ, ਕਿਹੜਾ ਪੁਲਿਸ ਸਟੇਸ਼ਨ ਆ ਉਹ ਨਹੀਂ ਉਹਦਾ ਨਾਮ, ਪੁਲਿਸ ਸਟੇਸ਼ਨ ਦਾ ਨਾਮ ਆਇੰਦਾ ਹੁਣ ਯਾਦ ਦੱਸਦਾ। ਉਹਨੇ ਸਾਡੇ ਇੱਕ ਮੈਂਬਰ ਨੂੰ ਥਾਣੇ ਬੁਲਾਇਆ ਜਿੱਥੇ ਪਰਮਜੀਤ ਸਿੰਘ ਸਰਨੇ ਦਾ ਮੁੰਡਾ ਬੈਠਾ ਸੀਗਾ। ਉਹਨੇ ਵੀ ਇਹੀ ਗੱਲ ਕਹੀ ਬੁਲਾ ਕੇ ਕਿ ਜੋ ਤੁਸੀਂ ਪੈਸੇ ਲੈਣੇ ਆ ਤੁਹਾਨੂੰ ਪੈਸੇ ਦਵਾ ਦਿੰਦੇ ਆ, ਪਰਮਜੀਤ ਸਿੰਘ ਸਰਨੇ ਦਾ ਸਾਥ ਦਿਓ। ਪੁਲਿਸ ਹਿਰਾਸਤ ਦੇ ਵਿੱਚ ਹਵਾਲਾਤੀਆਂ ਦੀ ਮੌਤ ਹੋਣਾ ਜਾਂ ਫਿਰ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਕੈਦੀਆਂ ਦੀ ਮੌਤ ਹੋਣਾ, ਇਹ ਲਗਾਤਾਰ ਵਰਤਾਰਾ ਵਰਤ ਰਿਹਾ। ਇਹਨਾਂ ਦੀ ਮੌਤ ਕਿਉਂ ਹੁੰਦੀ ਹੈ, ਇਸ ਬਾਰੇ ਕੋਈ ਵੀ ਪੁਲਿਸ ਵਾਲਾ ਵਿਰਲਾ ਟਾਵਾਂ ਹੀ ਦੋਸ਼ੀ ਪਾਇਆ ਜਾਂਦਾ ਹੈ। ਹੁਣ ਫਰੀਦਕੋਟ ਤੋਂ ਅਜਿਹੀ ਖਬਰ ਮਿਲ ਰਹੀ ਹੈ ਜਿੱਥੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਹੈ। ਸਿਟੀ ਪੁਲਿਸ ਫਰੀਦਕੋਟ ਪਿੰਡ ਮੰਡਵਾਲਾ ਦੇ ਨੌਜਵਾਨ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਇਥੋਂ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ, ਜਿੱਥੇ ਉਸ ਦੀ ਸਿਹਤ ਖਰਾਬ ਹੋ ਗਈ ਤੇ ਮੌਕੇ ਤੇ ਹੀ ਮੌਤ ਹੋ ਗਈ। ਇਹ ਬੜਾ ਅਜੀਬ ਹੈ। ਤਰਨਤਾਰਨ ਤੋਂ ਖਬਰ ਹੈ ਜਿੱਥੇ BSF ਨੇ ਵੀਰਵਾਰ ਰਾਤ ਨੂੰ ਤਰਨਤਾਰਨ ਵਿੱਚ ਹਵੇਲੀਆਂ ਸਰਹੱਦੀ ਚੌਂਕ ਨੇੜੇ ਹੈਰੋਇਨ ਦੇ 6 ਪੈਕੇਟ ਜ਼ਬਤ ਕੀਤੇ। ਚੌਕਸ ਜਵਾਨਾਂ ਨੇ ਰਾਤ ਨੂੰ ਕਰੀਬ 11:15 ਵਜੇ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਡਰੋਨ ਦੀ ਆਵਾਜ਼ ਸੁਣੀ। ਬਾਅਦ ਵਿੱਚ ਖੇਤਾਂ ਵਿੱਚ ਕੁਝ ਡਿੱਗਣ ਦੀ ਆਵਾਜ਼ ਸੁਣੀ। ਡਰੋਨ ਨੇ ਫਿਰ ਪਾਕਿਸਤਾਨ ਵੱਲ ਉਡਾਣ ਭਰੀ ਤੇ ਗਾਇਬ ਹੋ ਗਿਆ। ਜਵਾਨਾਂ ਨੇ ਡਰੋਨ ਤੇ 14 ਗੋਲੀਆਂ ਚਲਾਈਆਂ। ਨੇੜਲੇ ਇਲਾਕੇ ਦੀ ਤਲਾਸ਼ੀ ਲੈਣ ਤੇ ਉਹਨਾਂ ਨੂੰ 6 ਪੈਕੇਟ ਹੈਰੋਇਨ ਬਰਾਮਦ ਹੋਈ। ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਇੱਕ ਖਬਰ ਇਹ ਸੀ ਕਿ ਮੋਤੀਆਂ ਵਾਲੀ ਸਰਕਾਰ ਦੇ ਖਿਲਾਫ ਜੇ ਕਿਸੇ ਨੇ ਚੂੰ ਵੀ ਕੀਤੀ ਤਾਂ ਹਸ਼ਰ ਕੀ ਹੋਊਗਾ। ਖਬਰ ਇਹ ਹੈ ਕਿ ਪੰਜਾਬ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਰਾਣਾ KP ਸਿੰਘ ਨੇ ਪ੍ਰਾਈਵੇਟ ਥਰਮਲ ਪਲਾਂਟ ਨਾਲ ਹੋਏ ਬਿਜਲੀ ਸਮਝੌਤਿਆਂ ਨੂੰ ਰੱਦ ਕਰਵਾਉਣ ਦੀ ਉੱਠ ਰਹੀ ਮੰਗ ਨੂੰ ਸ਼ੁਰੂਆਤ ਦੇ ਵਿੱਚ ਹੀ ਨੱਪ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਵੀ 3 ਮਹੀਨੇ ਪਹਿਲਾਂ ਵਿਧਾਨ ਸਭਾ 'ਚ ਭੇਜੇ ਗਏ ਪ੍ਰਾਈਵੇਟ ਮੈਂਬਰ ਬਿੱਲ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਉਹਨਾਂ ਨੇ ਇਹਨਾਂ ਬਿੱਲਾਂ ਦੀ ਯੋਗਤਾ ਤੇ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ, ਯਾਨੀ ਕਿ ਸਪੀਕਰ ਨੇ ਕਿਹਾ ਗਿਆ ਕਿ ਸਰਕਾਰੀ ਨਿਯਮਾਂ ਨੂੰ ਪੂਰਾ ਕਰਨ ਤੋਂ ਬਿਨਾਂ ਹੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਨੂੰ ਇਹ ਬਿੱਲ ਭੇਜ ਦਿੱਤੇ ਗਏ ਸੀ, ਜਿਨ੍ਹਾਂ ਨੂੰ ਨਾ ਮਨਜ਼ੂਰ ਕਰਨਾ ਅਧਿਕਾਰ ਖੇਤਰ ਤੋਂ ਬਾਹਰ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪ੍ਰਾਈਵੇਟ ਮੈਂਬਰ ਬਿੱਲ ਲਿਖਤੀ ਤੌਰ ਤੇ ਭੇਜਿਆ ਗਿਆ ਸੀ। ਅਰੋੜਾ ਦੇ ਇਸ ਪੱਤਰ ਦਾ ਟਰਮੀਨੇਸ਼ਨ ਆਫ ਪਾਵਰ ਪਰਚੇਜ਼ ਐਗਰੀਮੈਂਟ ਵਿਦ 3 IPP ਬਿੱਲ 2021 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਸੀ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਇਹ ਲੋਕ ਮਾਰੂ ਬਿਜਲੀ ਸਮਝੌਤੇ ਕੀਤੇ ਗਏ ਸੀ। ਚਿੱਠੀ ਮੁਤਾਬਿਕ ਇਹਦੇ ਨਾਲ ਪੰਜਾਬ ਦੇ ਲੋਕਾਂ ਤੇ ਵਿੱਤੀ ਬੋਝ ਪੈਂਦਾ ਆ ਰਿਹਾ ਹੈ। ਪ੍ਰਾਈਵੇਟ ਬਿੱਲ ਸੰਵਿਧਾਨ ਦੇ ਆਰਟੀਕਲ 21 ਦਾ ਵੇਰਵਾ ਦਿੰਦੇ ਹੋਏ ਕਿਹਾ ਸੀ ਕਿ ਬਿਜਲੀ
ਆਵਾਮ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਇੱਕ ਮਹੱਤਵਪੂਰਨ ਮਸਲਾ ਹੈ, ਜਿਸ ਕਰਕੇ ਇਸ ਨੂੰ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦੇ ਹਥਿਆਰ ਵਜੋਂ ਨਹੀਂ ਵਰਤਿਆ ਜਾ ਸਕਦਾ। ਮੰਗ ਕੀਤੀ ਗਈ ਸੀ ਕਿ ਜੇਕਰ ਹੁਣ ਵੀ ਇਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ 25 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਤੇ 70,000 ਕਰੋੜ ਦਾ ਬੇਲੋੜਾ ਵਿੱਤੀ ਭਾਰ ਪਏਗਾ। ਪਰ ਵਿਧਾਨ ਸਭਾ ਦੇ ਉੱਚ ਅਫਸਰਾਂ ਦੇ ਵੱਲੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬਿੱਲ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪ੍ਰਾਈਵੇਟ ਬਿੱਲ ਤਾਂ ਭੇਜੇ ਸੀ, ਪਰ ਉਹਨਾਂ ਨੂੰ ਨਾਮਨਜ਼ੂਰ ਕੀਤੇ ਜਾਣ ਦੀ ਸੂਚਨਾ ਮੈਨੂੰ ਮਿਲੀ ਹੀ ਨਹੀਂ। ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਸਮਝੌਤੇ ਰੱਦ ਹੋਣ ਨਾਲ ਵੱਡਾ ਫਾਇਦਾ ਹੋਣਾ ਸੀ, ਪਰ ਬਿੱਲ ਸਰਕਾਰੀ ਘੁੰਮਣ ਘੇਰੀ ਦੇ ਵਿੱਚ ਹੀ ਫਸ ਕੇ ਰਹਿ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਰਿਹਾਇਸ਼ ਦੇ ਉੱਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਸੀਨੀਅਰ ਕਾਂਗਰਸੀ ਲੀਡਰ ਲਾਲ ਸਿੰਘ ਦੀ ਅਗਵਾਈ ਵਿੱਚ ਵਿਧਾਇਕਾਂ ਦੀ 4 ਮੈਂਬਰੀ ਕਮੇਟੀ ਬਣਾਈ ਹੈ। ਲਾਲ ਸਿੰਘ ਤੋਂ ਇਲਾਵਾ ਕਮੇਟੀ ਵਿੱਚ ਕੁਸ਼ਲਦੀਪ ਸਿੰਘ ਢਿੱਲੋਂ, ਰਾਜਕੁਮਾਰ ਚੱਬੇਵਾਲ ਤੇ ਸੁਰਿੰਦਰ ਡਾਵਰ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਜ਼ਿੰਮੇਵਾਰੀ ਲੈਣ ਤੋਂ ਬਾਅਦ ਲਾਲ ਸਿੰਘ ਨੇ ਕਿਹਾ ਕਿ ਅਸੀਂ ਲੋਕਾਂ ਦੇ ਮਸਲਿਆਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਵਾਂਗੇ। ਉਹਨਾਂ ਕਿਹਾ ਕਿ ਕਮੇਟੀ ਦੇ ਜੋ ਕੋਆਰਡੀਨੇਟਰ ਲਾਏ ਗਏ ਨੇ, ਕਮੇਟੀ ਦੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਉਹ ਲੋਕਾਂ ਦੇ ਮਸਲਿਆਂ ਨੂੰ ਸੁਣਨਗੇ ਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਮੁੱਖ ਮੰਤਰੀ ਦਫ਼ਤਰ ਨੂੰ ਕਹਿਣਗੇ। ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਇੱਕ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। 63 ਸਾਲ ਦੀ ਉਮਰ ਦੇ ਵਿੱਚ ਵੀਰਵਾਰ ਦੀ ਰਾਤ ਨੂੰ ਮੌਲਾਨਾ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਇੱਕ ਧੀ ਤੇ 2 ਪੁੱਤਰਾਂ ਨੂੰ ਛੱਡ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੌਲਾਨਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ੋਕ ਸੰਦੇਸ਼ ਦੇ ਵਿੱਚ ਕੈਪਟਨ ਨੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ ਉਰ ਰਹਿਮਾਨ ਨੂੰ ਇੱਕ ਅਧਿਆਤਮਕ ਸ਼ਖਸੀਅਤ ਦੱਸਿਆ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਵਿੱਚ ਪਿਆਰ, ਸ਼ਾਂਤੀ ਤੇ ਸਦਭਾਵਨਾ ਦੇ ਸੰਦੇਸ਼ ਦਾ ਪ੍ਰਚਾਰ ਕੀਤਾ। ਸ਼ਾਹੀ ਇਮਾਮ ਦੇ ਮਨੁੱਖਤਾ ਦੇ ਵਿੱਚ ਭਾਈਚਾਰੇ, ਸਦਭਾਵਨਾ ਅਤੇ ਸਦਭਾਵਨਾ ਦੇ ਬੰਧਨ ਨੂੰ ਮਜ਼ਬੂਤ ਕਰਨ ਦੇ ਵਿੱਚ ਮਹਾਨ ਯੋਗਦਾਨ ਨੂੰ ਸੂਬੇ ਭਰ ਦੇ ਵਿੱਚ ਹਮੇਸ਼ਾ ਯਾਦ ਕੀਤਾ ਜਾਏਗਾ, ਇਹ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ। ਕੈਪਟਨ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਦੁੱਖ ਦੀ ਘੜੀ ਵਿੱਚ ਪੂਰੇ ਨਾ ਹੋਣ ਵਾਲੇ ਘਾਟੇ ਦੌਰਾਨ ਪਰਿਵਾਰ ਨੂੰ ਬਲ ਬਖਸ਼ਣ ਤੇ ਵਿਛੜੀ ਰੂਹ ਨੂੰ ਸੁਖ ਸ਼ਾਂਤੀ ਬਖਸ਼ਣ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਨਿਯੁਕਤ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਪਣਾ ਅਹੁਦਾ ਸਾਂਭ ਲਿਆ। ਲਾਲਪੁਰਾ ਨੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਅਹੁਦਾ ਸਾਂਭਿਆ। ਲਾਲਪੁਰਾ ਸਾਬਕਾ IPS ਅਧਿਕਾਰੀ ਨੇ, ਸਿੱਖ ਭਾਈਚਾਰੇ ਦੀ ਦੂਸਰੀ ਅਜਿਹੀ ਹਸਤੀ ਨੇ ਜਿਨ੍ਹਾਂ ਨੂੰ ਇਸ ਅਹੁਦੇ ਤੇ ਬਿਠਾਇਆ ਗਿਆ। ਇਸ ਤੋਂ ਪਹਿਲਾਂ 2003 ਦੇ ਵਿੱਚ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣੇ ਸੀ। ਹੁਣ ਇੱਕ ਦਿਲਚਸਪ ਖਬਰ ਤੁਹਾਨੂੰ ਦੱਸ ਦਿੰਦੇ ਹਾਂ। 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ ਅਤੇ ਬੀਜੇਪੀ ਦੇ ਵੱਲੋਂ ਪੂਰੇ 3 ਹਫ਼ਤਿਆਂ ਤੱਕ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ ਜਾਵੇਗਾ। 17 ਸਤੰਬਰ ਤੋਂ 7 ਅਕਤੂਬਰ ਤੱਕ ਇਹ ਪ੍ਰੋਗਰਾਮ ਨੇ ਜਿਹੜੇ ਚੱਲਣਗੇ। ਵੱਖ-ਵੱਖ ਪ੍ਰੋਗਰਾਮਾਂ ਤਹਿਤ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਇਆ ਜਾਵੇਗਾ ਤੇ ਜਨਮ ਦਿਨ ਦੇ ਇਹਨਾਂ ਜਸ਼ਨਾਂ ਦੇ ਵਿੱਚ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ 14 ਕਰੋੜ ਪਲਾਸਟਿਕ ਦੇ ਰਾਸ਼ਨ ਬੈਗ ਵੰਡੇ ਜਾਣਗੇ। 5 ਕਰੋੜ ਥੈਂਕ ਯੂ ਮੋਦੀ ਜੀ ਪੋਸਟ ਕਾਰਡ ਭੇਜੇ ਜਾਣਗੇ। ਸੋਸ਼ਲ ਮੀਡੀਆ ਤੇ ਇਹਨਾਂ ਪ੍ਰੋਗਰਾਮਾਂ ਦਾ ਖੂਬ ਪ੍ਰਚਾਰ ਕੀਤਾ ਜਾਏਗਾ। ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਇਹਨਾਂ ਪ੍ਰੋਗਰਾਮਾਂ ਦੀ ਪੁਸ਼ਟੀ ਕੀਤੀ ਹੈ। ਅਰੁਣ ਸਿੰਘ ਨੇ ਕਿਹਾ ਕਿ ਖੂਨਦਾਨ ਕੈਂਪ ਲਾਏ ਜਾਣਗੇ, ਮੁਫਤ ਹੈਲਥ ਚੈੱਕਅਪ ਕੈਂਪ ਲੱਗਣਗੇ, ਵੈਕਸੀਨ ਡਰਾਈਵ ਨੂੰ ਤੇਜ਼ ਕੀਤਾ ਜਾਵੇਗਾ, ਹੋਰ ਵੀ ਕਈ ਪ੍ਰੋਗਰਾਮ ਕਰਵਾਏ ਜਾਣਗੇ ਤੇ ਪਾਰਟੀ ਵੱਲੋਂ ਇਹਨਾਂ ਪ੍ਰੋਗਰਾਮਾਂ ਦਾ ਪ੍ਰਬੰਧ ਉਸ ਵਕਤ ਕੀਤਾ ਜਾ ਰਿਹਾ ਹੈ ਜਦੋਂ ਯੂਪੀ ਦੀਆਂ ਚੋਣਾਂ ਬਿਲਕੁਲ ਸਿਰ ਤੇ ਆ ਗਈਆਂ ਨੇ। ਯੂਪੀ ਦੀਆਂ ਚੋਣਾਂ ਨੇੜੇ ਨੇ। ਸੋ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਥੈਂਕ ਯੂ ਮੋਦੀ ਜੀ ਵਜੋਂ ਮਨਾਉਣ ਦੇ ਪਿੱਛੇ ਬੀਜੇਪੀ ਦੀ ਕੀ ਸੋਚ ਹੋ ਸਕਦੀ ਹੈ, ਇਹ ਤੁਸੀਂ ਖੁਦ ਹੀ ਸੋਚ ਲਿਓ। ਤੇ ਯੂਪੀ ਦੀਆਂ ਚੋਣਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਇੱਕ ਜਾਣਕਾਰੀ ਦਿੱਤੀ ਹੈ। ਮੋਰਚੇ ਨੇ ਕਿਹਾ ਹੈ ਕਿ ਯੂਪੀ ਦੇ ਲਖਨਊ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 2 ਦਿਨਾਂ ਬੈਠਕ ਕੀਤੀ ਗਈ ਹੈ। ਮਿਸ਼ਨ ਉੱਤਰ ਪ੍ਰਦੇਸ਼ ਦੀ ਯੋਜਨਾ ਬਣਾਉਣ ਦੇ ਲਈ 85 ਕਿਸਾਨ ਜਥੇਬੰਦੀਆਂ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਈਆਂ ਤੇ ਸ਼ੁਰੂਆਤ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਕਿਸਾਨਾਂ ਨੇ ਮਿਸ਼ਨ ਉੱਤਰ ਪ੍ਰਦੇਸ਼ ਜਿਹੜਾ ਸ਼ੁਰੂ ਕੀਤਾ ਹੈ, ਜਿਹਦਾ ਮਤਲਬ ਹੈ ਕਿ ਯੂਪੀ ਦੇ ਵਿੱਚੋਂ ਬੀਜੇਪੀ ਨੂੰ ਭਜਾਉਣਾ ਹੈ। ਅਫਗਾਨਿਸਤਾਨ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਪੱਤਰਕਾਰਾਂ ਨੂੰ ਕੁੱਟਣ ਤੋਂ ਬਾਅਦ ਤਾਲਿਬਾਨ ਨੂੰ ਥੋੜੀ ਜਿਹੀ ਸ਼ਰਮ ਆਈ ਹੈ। ਪੱਤਰਕਾਰਾਂ ਦੀ ਕੁੱਟਮਾਰ ਤੋਂ ਬਾਅਦ ਤਾਲਿਬਾਨ ਨੇ ਆਪਣੀ ਜ਼ਹਿਰੀਲੀ ਜ਼ੁਬਾਨ ਖੋਲ੍ਹਦਿਆਂ ਕਿਹਾ ਕਿ ਭਵਿੱਖ ਦੇ ਵਿੱਚ ਅਸੀਂ ਅਜਿਹੀਆਂ ਘਟਨਾਵਾਂ ਤੋਂ ਬਚਾਂਗੇ। ਤਾਲਿਬਾਨ ਦੇ ਮੈਂਬਰ ਅਨਾਮੁੱਲਾ ਸਮਾਨਗਨੀ ਨੇ ਕਿਹਾ ਕਿ ਲੰਘੇ ਕੁਝ ਦਿਨਾਂ ਦੇ ਵਿੱਚ ਰਿਪੋਰਟਰ ਅਫਗਾਨਿਸਤਾਨ ਦੇ ਵਿੱਚ ਪੀੜਿਤ ਹੋਏ ਨੇ, ਇਸ ਲਈ ਅਸੀਂ ਸ਼ਰਮਿੰਦਾ ਹਾਂ। ਅਸੀਂ ਉਹਨਾਂ ਦੀਆਂ ਚੁਣੌਤੀਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਫਗਾਨਿਸਤਾਨ ਦੇ ਵਿੱਚ ਪੱਤਰਕਾਰਾਂ ਦੇ ਖਿਲਾਫ ਹਿੰਸਾ ਵਿੱਚ ਵਾਧੇ ਤੇ ਰਿਪੋਰਟਰਸ ਵਿਦਆਊਟ ਬਾਰਡਰਸ ਯਾਨੀ ਕਿ RSF ਨੇ ਚਿੰਤਾ ਜ਼ਾਹਿਰ ਕੀਤੀ ਹੈ। RSF ਨੇ ਅਫਗਾਨਿਸਤਾਨ ਡੈਸਕ ਦੇ ਮੁਖੀ ਰੇਜ਼ਾ ਮੋਇਨੀ ਦਾ ਕਹਿਣਾ ਹੈ ਕਿ 7 ਅਤੇ 9 ਸਤੰਬਰ ਨੂੰ 48 ਘੰਟਿਆਂ ਦੇ ਦੌਰਾਨ ਤਾਲਿਬਾਨ ਨੇ 24 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ।
8 ਸਤੰਬਰ ਨੂੰ ਨਿੱਜੀ ਅਖਬਾਰ ਇਤਲਾਤ-ਏ-ਰੋਜ਼ ਨੇ ਕਿਹਾ ਸੀ ਕਿ ਉਹਨਾਂ ਦੇ 5 ਰਿਪੋਰਟਰਾਂ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਔਰਤਾਂ ਦਾ ਪ੍ਰਦਰਸ਼ਨ ਕਵਰ ਕਰਨ ਤੇ ਹਿਰਾਸਤ ਵਿੱਚ ਲਿਆ। ਉਹਨਾਂ ਨੇ ਦਾਅਵਾ ਕੀਤਾ ਸੀ ਕਿ 2.5 ਰਿਪੋਰਟਰਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਸੀ। ਦੇਸ਼ ਦੇ ਵਿੱਚ ਕੁਝ ਰਿਪੋਰਟਰਾਂ ਦਾ ਇਹ ਵੀ ਕਹਿਣਾ ਹੈ ਕਿ ਤਾਲਿਬਾਨ ਨੇ ਉਹਨਾਂ ਦੇ ਕੰਮ ਕਰਨ ਉੱਤੇ ਰੋਕ ਲਾ ਦਿੱਤੀ ਹੈ। ਸੋ ਹੁਣ ਤਾਲਿਬਾਨ ਨੇ ਕਿਹਾ ਤਾਂ ਇਹ ਹੈ ਕਿ ਅਸੀਂ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਾਂਗੇ, ਪਰ ਇਹ ਤਾਂ ਭਵਿੱਖ ਹੀ ਦੱਸੂਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਤਾਲਿਬਾਨ ਦੀ ਅੰਤਰਿਮ ਸਰਕਾਰ ਅੰਤਰਰਾਸ਼ਟਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਤੇ ਸਰਕਾਰ ਦੇ ਵਿੱਚ ਸ਼ਾਮਿਲ ਕੁਝ ਲੋਕਾਂ ਦੇ ਪਿਛੋਕੜ ਦੇ ਬਾਰੇ ਵੀ ਅਮਰੀਕਾ ਨੇ ਚਿੰਤਾ ਪ੍ਰਗਟ ਕੀਤੀ ਹੈ। ਜਿਵੇਂ UN ਨੇ ਕਿਹਾ ਸੀ ਕਿ 14 ਜਣੇ ਜਿਹੜੇ ਸਰਕਾਰ ਦੇ ਵਿੱਚ ਸ਼ਾਮਿਲ ਨੇ ਉਹ ਕਾਲੀ ਸੂਚੀ ਦੇ ਵਿੱਚ ਦਾਖਲ ਨੇ। ਸਾਊਦੀ ਅਰਬ ਨੇ ਤਾਲਿਬਾਨ ਸਰਕਾਰ ਬਣਨ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਤਾਲਿਬਾਨੀ ਸਰਕਾਰ ਦਾ ਖੁੱਲ੍ਹ ਕੇ ਸਮਰਥਨ ਕੀਤਾ। ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਬਿਨ ਫਰਹਾਨ ਅਲ ਨੇ ਕਿਹਾ ਹੈ ਕਿ ਤਾਲਿਬਾਨ ਦੇ ਅੰਦਰੂਨੀ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਸਵੀਕਾਰ ਨਹੀਂ ਕਰਾਂਗੇ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਵੀ ਕਿਹਾ ਕਿ ਅਸੀਂ ਅਫਗਾਨਿਸਤਾਨ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹਾਂ ਤੇ ਇਸ ਮੁਸ਼ਕਿਲ ਸਮੇਂ ਦੇ ਨਾਲ ਨਜਿੱਠਣ ਦੇ ਵਿੱਚ ਸਹਾਇਤਾ ਪ੍ਰਦਾਨ ਕਰਨ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੈ। ਅਫਗਾਨਿਸਤਾਨ ਦੇ ਲੋਕਾਂ ਅਤੇ ਪਿਛਲੇ ਮਹੀਨੇ ਕਾਬੁਲ 에ਅਰਪੋਰਟ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਸਾਊਦੀ ਅਰਬ ਨੇ ਕੀਤਾ ਹੈ। ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਮੁਕੰਮਲ ਵਾਪਸੀ ਤੋਂ ਬਾਅਦ ਪਹਿਲੀ ਵਾਰੀ ਦਰਜਨਾਂ ਵਿਦੇਸ਼ੀ ਯਾਤਰੀ ਅਫਗਾਨਿਸਤਾਨ ਤੋਂ ਸੁਰੱਖਿਅਤ ਆਪਣੇ ਮੁਲਕ ਪਹੁੰਚ ਜਾਣਗੇ। ਇਹਨਾਂ ਯਾਤਰੀਆਂ ਨੂੰ ਲੈ ਕੇ ਕਤਰ 에ਅਰਵੇਜ਼ ਦੀ ਇੱਕ ਫਲਾਈਟ ਵੀਰਵਾਰ ਨੂੰ ਰਾਜਧਾਨੀ ਦੋਹਾ ਪਹੁੰਚੀ। ਇਹਦੇ ਵਿੱਚ 113 ਲੋਕ ਸਵਾਰ ਸੀ ਤੇ ਅੱਜ ਇੱਕ ਹੋਰ ਫਲਾਈਟ ਉੱਡਣ ਵਾਲੀ ਹੈ। ਅਫਗਾਨਿਸਤਾਨ ਦੇ ਨਾਲ ਹੁਣ ਕੁਝ ਹੋਰ ਮੁਲਕਾਂ ਦੀਆਂ ਅਹਿਮ ਅਪਡੇਟਸ ਤੁਹਾਨੂੰ ਦੱਸਦੇ ਹਾਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ 7 ਮਹੀਨਿਆਂ ਦੇ ਵਕਫੇ ਤੋਂ ਬਾਅਦ ਪਹਿਲੀ ਵਾਰੀ ਫੋਨ ਤੇ ਗੱਲਬਾਤ ਹੋਈ ਹੈ। ਵਾਈਟ ਹਾਊਸ ਨੇ ਦੱਸਿਆ ਕਿ ਉਹਨਾਂ ਨੇ ਵਿਆਪਕ ਰਣਨੀਤਿਕ ਚਰਚਾ ਕੀਤੀ ਹੈ, ਜਿਸ ਵਿੱਚ ਦੋਵੇਂ ਲੀਡਰਾਂ ਨੇ ਦੁਵੱਲੇ ਸੰਬੰਧਾਂ ਤੇ ਚਰਚਾ ਕੀਤੀ ਹੈ। ਉਹਨਾਂ ਖੇਤਰਾਂ ਤੇ ਗੱਲ ਕੀਤੀ ਗਈ ਹੈ ਜੋ ਦੋਵਾਂ ਦੇ ਆਪਸ ਦੇ ਵਿੱਚ ਮਿਲਦੇ ਨੇ। ਦੋਵਾਂ ਨੇ ਇੱਕ ਦੂਸਰੇ ਦੇ ਨਾਲ ਦੂਜੀ ਵਾਰੀ ਗੱਲਬਾਤ ਕੀਤੀ ਹੈ। ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਇਹ ਉਹਨਾਂ ਦੀ ਕੋਸ਼ਿਸ਼ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮੁਲਕ ਦੀਆਂ ਵੱਡੀਆਂ ਕੰਪਨੀਆਂ ਦੇ ਕਰਮਚਾਰੀਆਂ ਦੇ ਲਈ ਇੱਕ ਸਖਤ ਐਲਾਨ ਕੀਤਾ ਹੈ। ਕੋਵਿਡ-19 ਨਾਲ ਨਜਿੱਠਣ ਦੇ ਲਈ ਹੁਣ ਵੱਡੀਆਂ ਕੰਪਨੀਆਂ ਦੇ ਸਾਰੇ ਕਰਮਚਾਰੀਆਂ ਲਈ ਵੈਕਸੀਨ ਲਾਉਣਾ ਜ਼ਰੂਰੀ ਕਰ ਦਿੱਤਾ ਗਿਆ। ਨਵੇਂ ਹੁਕਮਾਂ ਦੇ ਤਹਿਤ ਹੁਣ ਵੱਡੀਆਂ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਵੈਕਸੀਨ ਲਗਵਾਉਣੀ ਹੋਏਗੀ ਜਾਂ ਹਰ ਹਫ਼ਤੇ ਕੋਵਿਡ-19 ਦੀ ਜਾਂਚ ਕਰਾਉਣੀ ਹੋਵੇਗੀ। ਨਵੇਂ ਨਿਯਮਾਂ ਦੇ ਤਹਿਤ ਲੱਖਾਂ ਸਰਕਾਰੀ ਕਰਮਚਾਰੀਆਂ ਦੇ ਲਈ ਵੀ ਵੈਕਸੀਨ ਲਗਵਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ। ਇਸ ਹੁਕਮ ਦੇ ਨਾਲ ਕਰੀਬ 8 ਕਰੋੜ ਤੋਂ ਵੱਧ ਮੁਲਾਜ਼ਮ ਪ੍ਰਭਾਵਿਤ ਹੋਣਗੇ। ਜੋ ਬਾਈਡਨ ਨੇ ਕਿਹਾ ਕਿ ਇਹ ਨਿੱਜੀ ਆਜ਼ਾਦੀ ਜਾਂ ਫਿਰ ਆਪਣੀ ਮਰਜ਼ੀ ਦੀ ਗੱਲ ਨਹੀਂ ਹੈ, ਇਹ ਤੁਹਾਨੂੰ ਅਤੇ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਹੈ। ਸੋ ਇਹ ਲਗਵਾਉਣੀ ਹੀ ਪਵੇਗੀ। ਪਰਿਵਾਰ ਤੇ ਬੱਚੇ ਪਾਲ ਰਹੀਆਂ ਔਰਤਾਂ ਦੇ ਲਈ ਕੰਮ ਕਰਨਾ ਸੌਖਾ ਨਹੀਂ ਹੁੰਦਾ, ਯਾਨੀ ਕਿ ਨੌਕਰੀ ਕਰਨੀ ਸੌਖੀ ਨਹੀਂ ਹੁੰਦੀ, ਪਰ ਜ਼ਿਆਦਾਤਰ ਕੰਪਨੀਆਂ ਇਸ ਦਲੀਲ ਵੱਲ ਧਿਆਨ ਨਹੀਂ ਦਿੰਦੀਆਂ। ਬ੍ਰਿਟਿਸ਼ ਕੰਪਨੀ ਦੇ ਨਾਲ ਵੀ ਕੁਝ ਅਜਿਹਾ ਹੋਇਆ ਹੈ ਜਿਸ ਨੇ ਔਰਤਾਂ ਦੀ ਜਿਹੜੀ ਸਮੱਸਿਆ ਹੈ ਉਸ ਨੂੰ ਨਹੀਂ ਸਮਝਿਆ। ਇਸ ਕੰਪਨੀ ਨੇ ਆਪਣੀ ਇੱਕ ਮਹਿਲਾ ਕਰਮਚਾਰੀ ਨੂੰ ਦਿਨ ਦੇ ਵਿੱਚ 1 ਘੰਟੇ ਦੀ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਲਈ ਉਹਨਾਂ ਨੂੰ ਹੁਣ ਔਰਤ ਨੂੰ ਉਹਦੇ ਪੈਕੇਜ ਤੋਂ ਵੀ ਜ਼ਿਆਦਾ ਮੁਆਵਜ਼ਾ ਦੇਣਾ ਪਏਗਾ, ਸਾਲਾਨਾ ਪੈਕੇਜ ਤੋਂ ਵੀ ਜ਼ਿਆਦਾ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਿਕ ਐਲਿਸ ਥਾਮਸਨ ਲੰਡਨ ਸਥਿਤ ਇੱਕ ਰੀਅਲ ਐਸਟੇਟ ਕੰਪਨੀ ਵਿੱਚ ਵਿਕਰੀ ਮੈਨੇਜਰ ਸੀ। ਉਸਦੀ ਇੱਕ ਛੋਟੀ ਜਿਹੀ ਬੱਚੀ ਹੈ ਤੇ ਆਪਣੀ ਬੱਚੀ ਨੂੰ ਨਰਸਰੀ ਦੇ ਵਿੱਚੋਂ ਪਿਕ ਕਰਨ ਦੇ ਲਈ ਉਸਨੇ ਕੰਪਨੀ ਤੋਂ ਹਫ਼ਤੇ ਦੇ ਵਿੱਚ 4 ਦਿਨ ਸ਼ਾਮ ਨੂੰ 6 ਵਜੇ ਦੀ ਬਜਾਏ ਸ਼ਾਮ 5 ਵਜੇ ਤੱਕ ਕੰਮ ਕਰਨ ਦੀ ਇਜਾਜ਼ਤ ਮੰਗੀ ਸੀ। ਕੰਪਨੀ ਨੇ ਉਸਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ। ਬ੍ਰਿਟਿਸ਼ ਕੰਪਨੀ ਮੈਨਰਸ ਐਸਟੇਟ ਦੇ ਇਨਕਾਰ ਤੋਂ ਬਾਅਦ ਐਲਿਸ ਥਾਮਸਨ ਨੂੰ ਆਪਣੀ ਨੌਕਰੀ ਛੱਡਣੀ ਪਈ। ਐਲਿਸ ਨੇ ਰੁਜ਼ਗਾਰ ਟ੍ਰਿਬਿਊਨਲ ਦੇ ਕੋਲ ਇਹ ਸ਼ਿਕਾਇਤ ਕੀਤੀ ਤਾਂ ਥਾਮਸਨ ਦੀਆਂ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਟ੍ਰਿਬਿਊਨਲ ਨੇ ਕੰਪਨੀ ਦੇ ਵਿਵਹਾਰ ਨੂੰ ਗੈਰ ਜ਼ਿੰਮੇਵਾਰਾਨਾ ਦੱਸਿਆ ਤੇ ਮੁਆਵਜ਼ੇ ਵਜੋਂ 1,81,000 ਪਾਉਂਡ ਯਾਨੀ ਕਿ ਲਗਭਗ 2 ਕਰੋੜ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਨੇ। ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕਿਹਾ ਕਿ ਨਰਸਰੀ ਹੈ ਜਿਹੜੀ ਬੱਚਿਆਂ ਦੀ ਉਹ ਆਮ ਤੌਰ ਤੇ ਸ਼ਾਮ 5 ਵਜੇ ਤੱਕ ਬੰਦ ਹੁੰਦੀ ਹੈ, ਇਸ ਲਈ ਮਾਂ ਨੂੰ ਸ਼ਾਮ ਨੂੰ 6 ਵਜੇ ਤੱਕ ਕੰਮ ਕਰਨ ਲਈ ਮਜਬੂਰ ਕਰਨਾ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।